Good afternoon, everyone. Welcome to Bala's Question Point. Bala's Question Point ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਬੇਸਿਕਲੀ ਅੱਜ ਦੀ ਜੋ ਕਲਾਸ ਹੈ ਤੁਹਾਡੀ ਆਪਣੀ CDP ਦੀ MCQ ਕਲਾਸ ਸੈਕੰਡ ਰਹੇਗੀ। ਕੱਲ ਤੁਹਾਡੀ CDP MCQ ਕਲਾਸ ਫਸਟ ਆਲਰੇਡੀ ਕਵਰ ਹੋ ਚੁੱਕੀ ਸੀ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਸੀਗਾ ਕਿ ਤੁਹਾਡੀ ਇਹ MCQs ਦੀ ਕਲਾਸ ਹੋਏਗੀ। ਅਗਰ ਕੋਈ ਬੱਚਾ ਇੰਟਰਸਟਿਡ ਹੈ ਥਿਓਰੈਟੀਕਲ ਪੋਰਸ਼ਨ ਦੇ ਵਾਸਤੇ ਔਰ ਥਿਊਰੀ ਵਾਈਜ਼ ਆਪਣੀ ਕਲਾਸ ਨੂੰ ਓਵਰਆਲ ਐਕਟਿਵ ਸਟੇਜ ਦੇ ਵਿੱਚ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ ਦੇ ਉੱਤੇ 9646810103 ਤੇ ਕੰਟੈਕਟ ਕਰ ਸਕਦਾ ਹੈ। ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਬਣਿਆ ਹੋਇਆ ਹੈ। ਉਸ ਦੇ ਵਿੱਚ ਰੈਗੂਲਰ ਤਰੀਕੇ ਦੇ ਨਾਲ ਤੁਹਾਨੂੰ ਸਭ ਨੂੰ PDF ਵੀ ਆ ਰਹੇ ਨੇ ਔਰ ਕਲਾਸ ਦਾ ਟਾਈਮਿੰਗ ਔਰ ਤੁਹਾਡੇ ਆਪਣੀ ਵੀਡੀਓ ਸਭ ਮਿਲ ਰਹੀਆਂ ਨੇ। ਤੁਸੀਂ ਉਹ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ। ਉਹ ਫ੍ਰੀ WhatsApp ਗਰੁੱਪ ਹੈ। ਅੱਜ ਦੀ ਜੋ ਕਲਾਸ ਹੈ ਤੁਹਾਡੀ ਆਪਣੀ CDP ਦੀ MC ਦੀ ਕਲਾਸ ਸੈਕਿੰਡ ਹੈ। ਜਿਵੇਂ ਕਿ ਪਹਿਲਾਂ ਐਜੂਕੇਸ਼ਨ ਪੁਆਇੰਟ ਤੋਂ ਦੱਸਿਆ ਗਿਆ ਸੀਗਾ ਕਿ ਤੁਹਾਡੇ ਆਪਣੇ ਬੇਸਿਕ ਲੈਵਲ ਤੋਂ ਸਾਰੀ ਚੀਜ਼ਾਂ ਚੱਕੀ ਜਾਣਗੀਆਂ। ਅੱਜ ਉਹਦੀ ਹੀ ਕਲਾਸ ਤੁਹਾਡੀ ਆਪਣੀ ਸੈਕਿੰਡ ਕਲਾਸ ਹੈ ਜੋ ਬੇਸਿਕ ਲੈਵਲ ਤੋਂ ਉਠਾਈ ਗਈ ਹੈ। ਟੌਪਿਕ ਸਭ ਨੂੰ ਪਤਾ ਨੇ, ਟੋਟਲ 20 ਦੇ ਅਰਾਊਂਡ ਤੁਹਾਡੇ ਆਪਣੇ ਟੌਪਿਕਸ ਨੇ CDP ਦੇ ਵਿੱਚ, ਜੋ ਸ਼ੁਰੂਆਤ ਤੋਂ ਬੱਚੇ ਦੇ ਇੱਕ ਸੈਂਟਰਲ ਬ੍ਰੇਨ ਸਿਸਟਮ ਤੋਂ ਲੈ ਕੇ ਟਿਲ ਬੱਚੇ ਦੇ ਫਾਰਮੂਲੇਟਿੰਗ ਔਰ ਵੈਲਿਊਏਸ਼ਨ ਤੱਕ ਚੱਲਦੀ ਹੈ ਕਲਾਸਿਸ। ਔਰ ਬਾਅਦ ਵਿੱਚ ਕੁਝ ਕੁਐਸਚਨਸ ਐਸੇ ਹੁੰਦੇ ਜਿਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਜਾਂ ਫਿਰ ਕਹਿ ਸਕਦੇ ਕ੍ਰਿਟਿਸਿਜ਼ਮ ਵੀ ਦਿੱਤਾ ਜਾਂਦਾ ਹੈ ਔਰ ਸਾਰੀ ਚੀਜ਼ਾਂ ਬਾਅਦ ਵਿੱਚ ਦਿੱਤੀਆਂ ਜਾਂਦੀਆਂ ਜਿਹਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਅਸਰਸ਼ਨ ਰੀਜ਼ਨਿੰਗ ਦੇ ਬੇਸ ਦੇ ਉੱਤੇ। ਅਗਰ ਬੇਸਿਕ ਲੈਵਲ ਤੋਂ ਬੱਚੇ ਨੂੰ ਉਠਾਇਆ ਜਾਂਦਾ ਬਾਲਾਈਜੇਸ਼ਨ ਪੁਆਇੰਟ ਤੋਂ ਔਰ ਤਾਂ ਹੀ ਮੁੱਢ ਤੱਕ ਲਾਸਟ ਤੱਕ ਉਹ ਆਪਣੇ ਡਿਫਿਕਲਟੀ ਲੈਵਲ ਤੱਕ ਪਹੁੰਚ ਪਾਉਂਦਾ ਹੈ। ਤਾਂ ਆਓ ਕੁਐਸਚਨ ਨੰਬਰ ਫਸਟ ਕਲਾਸ ਸੈਕਿੰਡ ਦੇ ਨਾਲ ਸਟਾਰਟ ਕਰਦੇ ਹਾਂ। ਜਿਸ ਕੁਐਸਚਨ ਨੰਬਰ ਫਸਟ ਬਿਲਕੁਲ ਸਿੰਪਲ ਕੁਐਸਚਨ ਪੁੱਛਿਆ ਗਿਆ ਹੈ ਟੋ ਏਜ, ਮਤਲਬ ਕਿ ਜਿਹੜੇ ਬੱਚੇ ਦੀ ਇੱਕ ਉਮਰ ਹੁੰਦੀ ਹੈ ਖਿਲੌਣੇ ਵਾਲੀ ਉਮਰ, ਉਹ ਉਮਰ ਕਿਹੜੀ ਉਮਰ ਹੋਏਗੀ। ਧਿਆਨ ਰੱਖਣਾ ਟੋ ਏਜ ਪੁੱਛੀ ਗਈ ਹੈ ਤਾਂ ਇਹਦੇ ਵਿੱਚ ਕੁਝ ਮੈਂ ਆਪਸ਼ਨ ਦੇ ਅਕੋਰਡਿੰਗ ਪਹਿਲਾਂ ਹੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਕਿਹੜੀ ਕਿਹੜੀ ਉਮਰ ਦੇ ਵਿੱਚ ਬੱਚਾ ਕੀ ਕਰਨ ਜਾਂਦਾ ਹੈ। ਫਸਟ ਆਪਸ਼ਨ ਆਉਂਦੀ ਹੈ अर्ਲੀ ਚਾਈਲਡਹੁੱਡ, ਜੋ ਕਿ ਇਹਦਾ ਆਪਣਾ ਆਨਸਰ ਬਣਦਾ ਹੈ। अर्ਲੀ ਚਾਈਲਡਹੁੱਡ ਦੀ ਗੱਲ ਕੀਤੀ ਜਾਵੇ ਤਾਂ ਇਹ ਨਹੀਂ ਕਿਹਾ ਜਾਂਦਾ ਕਿ ਸ਼ੁਰੂਆਤੀ ਬਚਪਨ ਦੇ ਵਿੱਚ ਹੀ ਬੱਚਾ ਜਦੋਂ ਜੰਮਦਾ ਹੈ ਜਾਂ ਫਿਰ ਬੱਚਾ ਨਿਊ ਬੋਰਨ ਬੇਬੀ ਹੈ ਤਾਂ ਉਹਦੇ ਵਿੱਚ ਟੋ ਏਜ ਸਟਾਰਟ ਹੋ ਜਾਂਦੀ ਹੈ। ਨਹੀਂ, ਧਿਆਨ ਰੱਖਣਾ ਆਪਸ਼ਨ ਦੇ ਅਕੋਰਡਿੰਗ C ਆਪਸ਼ਨ ਵੀ ਬਣਦੀ ਹੈ ਇਨਫੈਂਸੀ, ਪਰ ਇਨਫੈਂਸੀ ਜਿਹੜੀ ਉਮਰ ਹੁੰਦੀ ਹੈ 0 ਤੋਂ ਲੈ ਕੇ 2 ਸਾਲ ਤੱਕ ਹੀ ਬਣਦੀ ਹੈ। ਕਈ ਬੁੱਕਸ ਕਹਿੰਦੀਆਂ ਨੇ ਕਿ 0 ਤੋਂ ਲੈ ਕੇ 1 ਸਾਲ ਹੁੰਦੀ ਹੈ, ਬਟ ਧਿਆਨ ਰੱਖਣਾ ਇਨਫੈਂਸੀ ਪੀਰੀਅਡ ਜਿਹੜਾ ਤੁਹਾਡਾ ਹੁੰਦਾ ਆਪਣਾ 0 ਤੋਂ ਲੈ ਕੇ 2 ਸਾਲ ਤੱਕ ਦੇ ਹੁੰਦਾ। ਲੇਕਿਨ ਟੋ ਏਜ ਦੀ ਗੱਲ ਕੀਤੀ ਜਾਂਦੀ ਹੈ ਉਹ ਇਨਫੈਂਸੀ ਪੀਰੀਅਡ ਦੇ ਵਿੱਚ ਵੀ ਰਹਿੰਦੀ ਹੈ ਔਰ ਕਹਿਣ ਦਾ ਮਤਲਬ ਤੁਹਾਡੇ ਚਾਈਲਡਹੁੱਡ ਦੇ ਵਿੱਚ ਵੀ ਰਹਿੰਦੀ ਹੈ। ਟੋਟਲ ਜਿਹੜਾ ਬੱਚਾ ਹੁੰਦਾ 7 ਜਾਂ 8 ਸਾਲਾਂ ਤੱਕ ਦਾ ਬੱਚਾ ਖਿਲੌਣੇ ਦੀ ਡਿਮਾਂਡ ਕਰਦਾ ਹੈ। ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿਹੜੀ ਉਮਰ ਤੱਕ ਚੱਲਦਾ ਹੈ ਤਾਂ ਧਿਆਨ ਰੱਖਣਾ ਮੈਂ ਕੱਲ ਵੀ ਦੱਸਿਆ ਸੀ ਤੁਹਾਨੂੰ ਕੁਐਸਚਨ ਦੇ ਅਕੋਰਡਿੰਗ, ਜੇ ਕੁਐਸਚਨ 'ਚ ਪੁੱਛ ਦਿੰਦਾ ਹੈ ਕਿ ਕੁਐਸਚਨ ਦੇ ਅਕੋਰਡਿੰਗ ਅਗਰ ਪੁੱਛਦਾ ਕਿ ਕਿਹੜੀ ਸਟੇਜ ਆ ਸਕਦੀ ਹੈ, ਕਿਹੜਾ ਲੈਵਲ ਆ ਸਕਦਾ ਹੈ, ਤਾਂ ਅਸੀਂ ਟਿਕ ਮਾਰਕ ਜਿਹੜੀ ਕਰਕੇ ਆਣੀ ਕਲੋਜ਼ ਵਨ ਕੁਐਸਚਨ ਦੇ ਅਕੋਰਡਿੰਗ ਕਰਕੇ ਆਣੀ ਹੈ ਤੇ ਜਿਹੜਾ ਇਹਦਾ ਆਨਸਰ ਬਣੇਗਾ ਸਾਡੇ ਵਾਸਤੇ अर्ਲੀ ਚਾਈਲਡਹੁੱਡ ਦੀ ਉਮਰ ਬਣੇਗੀ ਟੋ ਏਜ। ਇਨਫੈਂਸੀ ਪੀਰੀਅਡ 'ਚ ਬੱਚਾ ਖਿਡੌਣੇ ਨਾਲ ਖੇਲਦਾ ਵੀ ਹੈ, ਹੱਸਦਾ ਵੀ ਹੈ, ਲੇਕਿਨ ਉਸਨੂੰ ਯੂਜ਼ ਕਰਨਾ ਪ੍ਰੋਪਰ ਤਰੀਕੇ ਨਾਲ ਨਹੀਂ ਆਉਂਦਾ। ਜਦੋਂ ਬੱਚਾ 5 ਜਾਂ 6 ਸਾਲਾਂ ਦਾ ਹੁੰਦਾ ਹੈ ਤਾਂ ਬੱਚਾ ਡਿਮਾਂਡ ਕਰਦਾ ਹੈ ਕਿ ਮੇਰੇ ਵਾਸਤੇ ਕਿਚਨ ਸੈੱਟ ਹੋਣਾ ਜ਼ਰੂਰੀ ਹੈ, ਕਾਸਮੈਟਿਕ ਦੇ ਪ੍ਰੋਡਕਟ ਹੋਣੇ ਜ਼ਰੂਰੀ ਨੇ, ਜਿਸ ਕਰਕੇ ਬੱਚਾ ਕੁਝ ਨਾ ਕੁਝ ਕ੍ਰੀਏਟਿਵ ਮੈਨਰ ਨਾਲ ਸੋਚਦਾ ਹੈ, ਉਸ 'ਚ ਪੋਟੈਂਸ਼ੀਅਲ ਆਉਂਦੀ ਕਿ ਚੀਜ਼ ਨੂੰ ਖਤਮ ਕਰਨ ਦੀ ਜਾਂ ਸ਼ੁਰੂਆਤ ਕਰਨ ਦੀ। ਸਿੰਪਲ ਜਿਹੇ ਤਰੀਕੇ ਦੇ ਨਾਲ ਕੁਐਸਚਨ ਪੁੱਛਿਆ ਗਿਆ ਸੀ ਟੋ ਏਜ ਰੈਫਰ ਟੂ ਜਾਂ ਫਿਰ ਟੋਏ ਦੀ ਉਮਰ ਦਾ ਹਵਾਲਾ ਕੌਣ ਦਿੰਦਾ ਹੈ, ਕਿਹੜੇ ਜੀਵਨ ਦੇ ਅਕੋਰਡਿੰਗ ਆਊਗਾ ਤਾਂ ਧਿਆਨ ਰੱਖਣਾ ਆਨਸਰ ਸਾਡੇ ਵਾਸਤੇ ਆਊਗਾ ਸ਼ੁਰੂਆਤੀ ਬਚਪਨ। ਸ਼ੁਰੂਆਤੀ ਬਚਪਨ ਇਨਫੈਂਸੀ ਪੀਰੀਅਡ ਨਹੀਂ ਹੁੰਦਾ। ਇਨਫੈਂਸੀ ਪੀਰੀਅਡ 'ਚ ਬੱਚਾ ਛੋਟਾ ਹੁੰਦਾ ਹੈ ਔਰ ਚੀਜ਼ ਨੂੰ ਉਠਾਉਂਦਾ ਹੈ, ਲੇਕਿਨ ਉਸਨੂੰ ਯੂਜ਼ ਕਰਨਾ ਨਹੀਂ ਆਉਂਦਾ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਬੱਚੇ ਕ੍ਰੀਏਟਿਵ ਨਹੀਂ ਹੁੰਦੇ ਉਸ ਟਾਈਮ ਦੇ ਵਿੱਚ, ਕਿਉਂਕਿ ਬੱਚੇ ਨੂੰ ਸਿਰਫ ਆਬਜੈਕਟ ਪਤਾ ਹੈ, ਆਬਜੈਕਟ ਦਾ ਤਰੀਕਾ ਨਹੀਂ ਪਤਾ ਉਸਨੂੰ ਕਿਸਮੇ ਰੱਖਣਾ ਕਿਵੇਂ ਨਹੀਂ ਰੱਖਣਾ। ਤਾਂ ਧਿਆਨ ਰੱਖਣਾ ਕੁਐਸਚਨ ਫਸਟ ਜਿਹੜਾ ਹੈਗਾ ਉਹ ਇਨਫੈਂਸੀ ਦੇ ਅਕੋਰਡਿੰਗ ਵੀ ਆ ਸਕਦਾ ਹੈ, ਬਟ ਯੂ ਹੈਵ ਟੂ ਟਿਕ ਔਨ ਦਾ ਕਲੋਜ਼ ਵਨ ਆਨਸਰ, ਇਹ ਧਿਆਨ ਰੱਖਣਾ। ਉਸ ਤੋਂ ਬਾਅਦ ਕੁਐਸਚਨ ਨੰਬਰ ਸੈਕਿੰਡ ਦੀ ਗੱਲ ਕਰੀਏ ਤਾਂ ਕੁਐਸਚਨ ਨੰਬਰ ਸੈਕਿੰਡ ਕੀ ਕਹਿੰਦਾ ਹੈ, ਵਿਚ ਇਜ਼ ਦਾ ਬੈਸਟ ਮੈਥਡ ਫॉर ਚਾਈਲਡ ਸਟੱਡੀ। ਇੱਕ ਬੱਚੇ ਦੀ ਸਟੱਡੀ ਦੇ ਵਾਸਤੇ ਕਿਹੜਾ ਇੱਕ ਬੈਸਟ ਮੈਥਡ ਹੈ। ਕੱਲ ਤੁਹਾਨੇ ਮੇਰੇ ਨਾਲ ਕੁਐਸਚਨ ਕੀਤਾ ਸੀ, ਇਹੀ ਸੇਮ ਕੁਐਸਚਨ ਸੀਗਾ ਜਿਸ 'ਚ ਕੁਐਸਚਨ ਦੀ ਆਨਸਰ ਆਉਂਦਾ ਸੀ ਪਲੇਵੇ ਮੈਥਡ। ਬੱਚੇ ਨੂੰ ਇੱਕ ਪਲੇਵੇ ਤਰੀਕੇ ਨਾਲ ਬੱਚੇ ਨੂੰ ਲਰਨਿੰਗ ਕਰਾਈ ਜਾ ਸਕਦੀ ਹੈ ਔਰ ਲਰਨਿੰਗ ਕੰਸੈਪਟ ਦੇ ਉੱਤੇ ਸੀਗਾ ਕੁਐਸਚਨ। ਤੇ ਇਹਦੇ 'ਚ ਪੁੱਛਿਆ ਗਿਆ ਕੁਐਸਚਨ ਦੇ ਵਿੱਚ ਇੱਕ ਬੱਚੇ ਦੀ ਸਟੱਡੀ ਵਾਸਤੇ ਕਿਹੜਾ ਮੈਥਡ ਬੈਸਟ ਮੈਥਡ ਹੈ। ਤਾਂ ਸੈਕਿੰਡ ਆਪਸ਼ਨ ਦੇ ਅਕੋਰਡਿੰਗ ਦੇਖਾਂਗੇ ਤਾਂ ਫਸਟ ਆਪਸ਼ਨ ਬਣਦਾ ਐਕਸਪੈਰੀਮੈਂਟਲ ਮੈਥਡ, ਕਿ ਕਿਸੇ ਨੂੰ ਬੱਚੇ ਨੂੰ ਲੈਬ ਦੇ ਜਾ ਕੇ ਟੈਸਟਿੰਗ ਕਰਵਾਈ ਜਾਵੇ। ਠੀਕ ਹੈ, ਮਤਲਬ ਕਿ ਲੈਬ ਟੈਸਟਿੰਗ ਦੀ ਗੱਲ ਕੀਤੀ ਕਿ ਐਕਸਪੈਰੀਮੈਂਟਲ ਮੈਥਡ ਦੇ ਵਿੱਚ, ਜਿਵੇਂ ਕਿ ਪੰਜਾਬੀ 'ਚ ਮੈਂਸ਼ਨ ਕੀਤਾ ਕਿ ਪ੍ਰਯੋਗਾਤਮਕ ਵਿਧੀ ਕਰਾਈ ਜਾ ਸਕਦੀ ਹੈ। ਉਸ ਤੋਂ ਬਾਅਦ ਸੈਕਿੰਡ ਆਪਸ਼ਨ ਬਣਦੇ ਆਬਜ਼ਰਵੇਸ਼ਨ ਸਟੱਡੀ ਮੈਥਡ, ਕਿ ਬੱਚੇ ਉੱਤੇ ਆਬਜ਼ਰਵ ਕੀਤਾ ਜਾ ਸਕੇ, ਬੱਚੇ ਨੂੰ
कहने का मतलब बच्चे उत्ते एक ऑब्जर्वर लगाया जा सके ताकि बच्चे ਦੀ पता लग सकन एक्टिविटी की है की एक्टिविटी बच्चा करता वे है। उस तो बाद नैक्सट है इंडिविजुअल स्टडी मैथड। इंडिविजुअल स्टडी मैथड ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ क्योंकि अगर स्कूल एज अकॉर्डिंग जाने तो 35 मिनट्स का अप्रोक्सीमेट सानू पीरियड मिलता है जिसे टीचर ने सारे बच्चे ऑब्जर्व करना होंगे तो सिंगल बच्चे अगर देखा जाता है तो टाइम पीरियड खत्म हो चुका होंगे। और डी ऑप्शन है थोड़े अपनी इंटरव्यू मैथड। इंटरव्यू बच्चे की स्टडी वास्ते कामयाब नहीं है मैथड तो आंसर एक ही बनेगा दैट्स कॉल्ड ऑब्जर्वेशन मैथड। ध्यान रखना ऑब्जर्वेशन मैथड का मतलब यह होंगे कि सारे बच्चा उत्ते एक बराबर की निगरानी रखना टीचर के करनी तो टीचर तो इनविजिलेटर होंगे किसी चीज़ को चैक करने वास्ते ताकि बच्चा एक मैथड के कामयाब हो सके बच्चे की एक्टिविटी तो ऑब्जर्व किया जा सके। तो आंसर आएगा एक ही आंसर आना थोड़ा अपना दैट्स वन इज ऑब्जर्वेशनल स्टडी मैथड। उस तो बाद क्वेश्चन नंबर 3 कन्फ्यूजिंग क्वेश्चन बट बहुत इंपॉर्टेंट क्वेश्चन। क्वेश्चन नंबर 3 की कहता है द नेचर ऑफ द चिल्ड्रन ਜਿਹੜੇ ਬੱਚੇ ਦਾ ਸੁਭਾਅ ਉਹ ਕਿਹਦੇ ਉੱਤੇ ਮਿਲਦਾ ਜੁਲਦਾ ਹੁੰਦਾ ਹੈ ਜਾਂ ਕਿਸ ਉੱਤੇ ਜਾਂਦਾ ਮੋਸਟਲੀ ਬੱਚਾ। ਤਾਂ ਆਪਸ਼ਨ ਦੇ ਅਕੋਰਡਿੰਗ ਕਾਫੀ ਆਪਸ਼ਨ ਆ ਜਿਹੜੀ ਹੈਗੇ ਦੇ ਵਿੱਚ ਈਜ਼ੀ ਵਾਲੀ ਵੀ ਨੇ ਅਕੋਰਡਿੰਗ ਟੂ ਮਦਰ ਕਿਉਂਕਿ ਕੱਲ ਵਾਲੀ ਵੀਡੀਓਜ਼ ਵਿੱਚ ਦੱਸਿਆ ਗਿਆ ਸੀ ਸਭ ਤੋਂ ਪਹਿਲਾਂ ਜਿਹੜਾ ਰਿਲੇਸ਼ਨ ਬਣਾਉਂਦਾ ਬੱਚਾ ਆਪਣੀ ਮਾਂ ਦੇ ਨਾਲ ਬਣਾਉਂਦਾ ਹੈ ਠੀਕ ਹੈ ਦੋਸਤੀ ਜਿਹਨੂੰ ਅਸੀਂ ਬੋਲਦੇ ਹਾਂ ਠੀਕ ਹੈ। ਔਰ ਜੋ ਮਾਂ ਕਰਦੀ ਹੈ ਬੱਚਾ ਉਸ ਚੀਜ਼ ਨੂੰ ਮੁਸਕਰਾਉਂਦਾ ਵੀ ਹੈ ਜਿੱਥੇ ਜਿੱਥੇ ਮਦਰ ਜਾਂਦੀ ਹੈ ਬੱਚਾ ਆਪਣੀ ਗਰਦਨ ਘੁਮਾ ਕੇ ਉਹ ਸਭ ਦੇਖਦਾ ਵੀ ਹੈ। ਮੋਸਟਲੀ ਅਗਰ ਦੇਖਿਆ ਜਾਂਦਾ ਕਿ ਰਿਲੇਸ਼ਨ ਸਭ ਤੋਂ ਪਹਿਲਾਂ ਕਿਹਦੇ ਨਾਲ ਬਣਦਾ ਹੈ ਮਦਰ ਨਾਲ ਬਣਦਾ ਹੈ पर क्वेश्चन च पूछा कि है कि बच्चे का नेचर किस उत्ते ज़्यादा डिपेंड करता है ठीक है मदर के उत्ते या फादर के उत्ते या दोनों के उत्ते। क्वेश्चन के अकॉर्डिंग ध्यान रखना ऑल ऑफ अबव भी दिता हुआ है बट असी चूज एक ही करना है टिक मार्क एक ही करनी है तो आंसर आएगा दोनों उत्ते जाएगा बच्चे का सुभाव ठीक है। पिता की तरह भी एक बच्चा अपने आप को होनहार बनाना सीखता है तो मदर की तरह उसका सब का प्यार लेना भी सीखता है तो अकॉर्डिंग टू बोथ दोनों आ सकते हैं इस बीच ठीक है। नैक्सट आओ क्वेश्चन नंबर 4 की है बहुत इंपॉर्टेंट क्वेश्चन है द प्रिंसीपल ऑफ जीन पियाजे इज नोन एज कहता जो प्रिंसीपल सीगा जीन पियाजे का ਉਹ किस प्रिंसीपल ਨੂੰ फॉलो करता ਸੀਗਾ। प्रिंसीपल सिद्धांत की गल की गई है ਇਹਦੇ ਤਾਂ क्वेश्चन के अकॉर्डिंग अगर मैं ਤੁਹਾਨੂੰ ਕੱਲ ਦੱਸਿਆ ਸੀਗਾ ਇਹਨਾਂ ਦੇ 3 ਬੱਚੇ ਸੀਗੇ ਜਿਸ ਦੇ ਵਿੱਚ ਸਭ ਤੋਂ ਬੜੇ ਬੱਚੇ ਦੀ ਉਮਰ 15 ਸਾਲ ਤੱਕ ਦੀ ਸੀ। ਧਿਆਨ ਰੱਖਣਾ 15 ਸਾਲ जो किनू दसदा है एक स्टेज नूं दसदा है मतलब कि इन्होंने बच्चे की उम्र नूं बनता सी टिल 15 साल तक दियां ठीक है। तो ध्यान रखना जीन पियाजे किहड़े प्रिंसीपल नूं फॉलो करते हैं तो क्वेश्चन के अकॉर्डिंग तुसीं आंसर देखना है स्टेज प्रिंसीपल बी आंदा कोगनेटिव प्रिंसीपल सी आंदा मॉरल प्रिंसीपल मॉरल की इन्होंने गल ही नहीं की सी। उस तो बाद डी मोटिवेशनल प्रिंसीपल मोटिवेशन तो चलो बाद में कंसैप्ट आंदा है लेकिन इन्होंने गल की प्रिंसीपल की। ਤਾਂ ਤੁਹਾਨੂੰ ਸਭ ਨੂੰ ਪਤਾ ਹੈ ਜੀਨ ਪਿਆਜੇ ਜਿਹੜੇ ਫਾਦਰ ਸੀਗੇ ਉਹ ਕਾਦੇ ਫਾਦਰ ਸੀਗੇ ਕੋਗਨੀਟਿਵ ਡਿਵੈਲਪਮੈਂਟ ਦੇ ਫਾਦਰ ਸੀ ਕੋਗਨੀਟਿਵ ਡਿਵੈਲਪਮੈਂਟ ਦੇ ਫਾਦਰ ਸੀ। ਬਟ ਅਗਰ ਕੁਐਸਚਨ ਦੇ ਅਕੋਰਡਿੰਗ ਹੋ ਸਕਦਾ ਹੈ ਤਾਂ ਏ ਔਰ ਬੀ ਕੁਐਸਚਨ ਤੁਸੀਂ ਇੱਕ ਟਿਕ ਮਾਰ ਕਰਕੇ ਆਉਂਗੇ ਮੈਨੂੰ ਪਤਾ ਹੈ ਸਭ ਬਟ ਕੁਐਸਚਨ ਧਿਆਨ ਰੱਖੋ ਬਹੁਤ ਕਰੀਬੀ ਕੁਐਸਚਨ ਪੁੱਛਿਆ ਗਿਆ ਪ੍ਰਿੰਸੀਪਲ ਕਿਸ ਚੀਜ਼ ਨੂੰ ਫੋਲੋ ਕਰਦਾ ਇਹਨਾਂ ਦਾ ਤੇ ਧਿਆਨ ਰੱਖਣਾ ਸਭ ਤੋਂ ਪਹਿਲਾਂ ਜਦੋਂ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਨੋਟ ਵੀ ਇਨਵੀਟੇਸ਼ਨ ਕੀਤੀ ਸੀ इन्वेस्टिगेशन जो की तो बच्चे की जो कोगनेटिव डिवेलपमेंट की गल की गई तो इन्हें जो इन्वेस्टिगेशन की स्टेज के अकॉर्डिंग की 0 तो लैके 2 साल 2 तो लैके 7 साल इस तरह उन्होंने स्टेज से डिवाइड किया टिल 15 साल तक की क्योंकि इन्होंने तीसरा बच्चा जो सब तो बड़ा बच्चा सीगा उसकी उम्र 15 साल तक की सी। तो ध्यान रखना आंसर जो आएगा थोड़े वास्ते स्टेज थ्योरी प्रिंसीपल आएगा। इन्होंने बच्चे की उम्र ਨੂੰ ਵੰਡਿਆ ਸੀ ਤਾਂ ਕਿ ਕੋਗਨੀਟਿਵ ਡਿਵੈਲਪਮੈਂਟ ਕੀਤੀ ਜਾ ਸਕੇ ਕਿ ਵਾਕਈ ਬੱਚੇ ਦਾ ਫਿਜ਼ੀਕਲ ਡਿਵੈਲਪਮੈਂਟ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। क्वेश्चन नंबर 5 ਦੀ ਗੱਲ ਕਰਨ ਜਾ ਰਹੇ ਹਾਂ ਵਟ ਇਜ਼ ਲੈਂਗੁਏਜ। ਹੁਣ ਦੇਖਿਆ ਜਾਵੇ ਤਾਂ ਅਗਰ ਬਿਜ਼ਨਸ ਦੇ ਤਰੀਕੇ ਤੋਂ ਦੇਖਿਆ ਜਾਵੇ ਤਾਂ ਲੈਂਗੁਏਜ ਬਿਜ਼ਨਸ ਦੀ ਕੀ ਹੋਏਗੀ ਹੈਵ ਟੂ ਕਮਿਊਨੀਕੇਟ ਹੈ ਨਾ ਹੈਵ ਟੂ ਕਮਿਊਨੀਕੇਟ ਸਭ ਨੂੰ ਕਮਿਊਨੀਕੇਟ ਕੀਤਾ ਜਾ ਸਕੇ मतलब कि लैंगुएज ये नहीं है कि साडे वास्ते वर्ड्स ऑफ कलैक्शन है मतलब लैंगुएज साडे वास्ते ये नहीं है कि जिस च वर्ड्स ही आते हैं लैंगुएज साडे वास्ते ये नहीं है जिस च सिंबल ही आते हैं आई मीन टू से लैंगुएज द टाइप ऑफ द साइन इस चीज़ां नहीं आंदियां। ये ध्यान रखना लैंगुएज का जो मेन अल्टीमेट रीजन है या फिर कह सकते हो फाइनल डिसीजन है ये रिजल्ट है और साडे वास्ते कम्युनिकेशन ही है। तो एक बच्चे की लैंगुएज उस चीज़ के बारे की दसूगी अगर बच्चे को भुख लगी है तो ऑब्वियस बच्चे जो साइन वर्ब बनेगा वो की बनेगा रोना बनेगा तो माँ को पता लगे कि बच्चे को भुख लगी है ठीक है। तो जिथे लैंगुएज की गल की जाती है क्योंकि बच्चा इतने बोल नहीं पा रहा तो बच्चा अपने आप एक्सप्रैस कर रहा है किस वे दे नाल रोक एक्सप्रैस कर रहा है ताकि माँ को पता लगे कि बच्चे की इंटरनल फीलिंग्स की ने। तो पूछा जाता है वट इज लैंगुएज तो ऑप्शन के अकॉर्डिंग तुम देखना है फर्स्ट ऑप्शन अकॉर्डिंग ग्रुप ऑफ द वर्क चलो ऑप्शन के अकॉर्डिंग तो ये चीज़ लाई नहीं करती क्योंकि किसी ऑर्गेनाइजेशन की गल नहीं की गई इसे गल की गई है कि लैंगुएज एक प्रॉपर फिनोमिना के अकॉर्डिंग देखी जाए तो एक्चुअली किस चीज़ को
मतलब अपने अकॉर्डिंग असीमिलेट करता है। तो बी ऑप्शन कहता है मीनिंग ऑफ एक्सप्रैस इंटरनल फीलिंग्स। हाँ, आंसर यही बनेगा, कम्युनिकेट किया जाता है, चाहे बच्चा अपने आप ਨੂੰ रोक के करता है, एक्सप्रैस करता है, या किसी साइन की गल करता है, या किसी वर्ड्स ऑफ कलैक्शन की गल करता है। मतलब सब तो पहले अगर बच्चे की गल की जाती इस वे दे नाल, तो बच्चे को अगर 3 साल या 2 साल का बच्चा है, बच्चे प्रॉपर वे नाल एक्चुअल वर्ड्स बोलने नहीं आते हैं, ना ही वर्ड्स उत्ते पूरी मास्टरी है बच्चे की, तो ऑब्वियस अपनी इंटरनल फीलिंग एक्सप्रैस करेगा, या तो रोक के एक्सप्रैस करेगा या किसी होर वे दिन एक्सप्रैस करेगा। दैट्स कॉल्ड अ लैंग्वेज। व्हाट इज लैंग्वेज? ਹੁਣ ध्यान रखना, अगर पेपर च पूछा जाता है इट इज अ कंबीनेशन ऑफ द वर्ड्स, नो, बच्चे ਨੂੰ अजे लैंग्वेज का पता ही नहीं है। बच्चे सिर्फ ये पता कि मैंने भुख लगी है और इस भुख के ਜਿਹੜੇ मैंने एक्सप्रैशन देने हैं मां ਨੂੰ रोक के करने हैं, है ना। मैं रोक के दसूंगा कि वाकई मैंने भुख लगी है, मेरे चोट लगी है, कुछ भी है, क्योंकि बच्चा वर्ड्स वैसे अजे अननोन है, बच्चे ਨੂੰ थॉट भी नहीं पता किस तरह एक्सप्रैस करने ने। तो दैट्स कॉल्ड अ मीनिंग ऑफ एक्सप्रैस इंटरनल फीलिंग्स। ये ध्यान रखना जी। उस तो बाद बहुत इंपॉर्टेंट क्वेश्चन है, गांधी जी के ईरा बारे दस्या गया है कि गांधी एजर्टेड द एजुकेशन शुड बी। गांधी जी अकॉर्डिंग एजुकेशन किस तरह की होनी जरूरी है? पहली गल तो जो गांधी जी के ईरा की गल की जाती है, तो गांधी जी ने नई तालीम की गल की सी, आई मीन टू से बेसिक एजुकेशन की गल की सी। सानू सब नू पता है अपने एक CDP के कोर्स पॉइंट के विच एक राइट टू एजुकेशन पॉइंट है, मतलब टॉपिक है, उसनू करवाना बहुत इंपॉर्टेंट है। ये एक टॉपिक थोड़ा होर करवाऊंगा, नेशनल करिकुलम फ्रेमवर्क 2009, ठीक है, उससे सारी चीज़ों की गल की गई है। गांधी जी ईरा के अकॉर्डिंग उन्होंने बेसिक एजुकेशन की गल की सी, सब बच्चों का एक बेसिक एजुकेशन कंप्लीट होना जरूरी है, जेडे बच्चे की उम्र 6 तो लैके 14 साल तक की है। बेसिक एजुकेशन बट फ्री होनी चाहिए है और कंपलसरी होनी चाहिए है। बट अगर देखा जाए तो चाइल्ड सेंटर्ड अप्रोच, टीचर सेंटर्ड अप्रोच गांधी जी ने किते कोई गल नहीं की। बट हाँ, बेसिक एजुकेशन के नाल गांधी जी ने गल की सी कि बच्चे के पास एक वोकेशनल एजुकेशन भी होनी चाहिए है। मतलब वोकेशनल मतलब ताकि जो बच्चा पढ़ लिख जाऊगा, बाद जो 10th क्लास हो जाती है, +2 क्लास हो जाती है, तो बच्चा अपने उस वोकेशन के जो उन्हें अपना स्कूल सीखा सीगा उससे नौकरी प्राप्त कर सके। मतलब कि वोकेशनल ट्रेनिंग के अकॉर्डिंग गांधी जी ने बहुत चीज़ों की गल की सी, हैंडीक्राफ्ट प्रोडक्ट की गल की सी, क्राफ्ट सिस्टम की गल की सी, एग्रीकल्चर की गल की सी, गार्डनरिंग की गल की सी, काफ़ी चीज़ों की गल की सी। टॉपिक बहुत इंपॉर्टेंट है और बहुत कुछ इन्हों के बारे दसिया गया। आइडियलिज्म की होंदियां ने तुम सबनों पता है, पढ़ी हुई है सुनने ने। तो ध्यान रखना, गांधी जी ने सब तो पहले किस चीज़ उत्ते जोर दिता सीगा कि सिक्ख्या किस नेचर की, किस सुभाव की होनी चाहिए है। तो फर्स्ट ऑप्शन बनती है चाइल्ड सेंटर्ड। उस टाइम के मॉडर्न लैंग्वेज की कोई गल नहीं की गई सी, क्योंकि उस टाइम का जो युग से सिर्फ ये देखता सी कि बच्चे खाण वास्ते और पहनने वास्ते बेसिक नीड्स कंप्लीट होनी जरूरी ने। तो वो कोई जो ऑप्शन बनेगा वो साढ़े वास्ते एक ही बनेगा, दैट्स कॉल्ड अ क्राफ्ट सेंटर्ड। गांधी जी ने बेसिक एजुकेशन की गल भी की सी, प्लस वोकेशनल ट्रेनिंग की भी गल की सी। चोन वा विषय जो बच्चे अगे कितने लेके जा सकता है, वो पेशे या वो प्रोफैशन कन लेके जा सकता है, इस चीज़ की गल की गई सी। गांधी जी ने मेनली फोकस किया फॉर मतलब एजुकेशन के उत्ते, एजुकेशन इस टाइप की होनी जरूरी है। उस बाद क्वेश्चन नंबर 7 की गल करिए तो छोटा जा क्वेश्चन लेकिन इंपॉर्टेंट क्वेश्चन है, विच इज नॉट द टाइप ऑफ द इंटैलिजेंस। अकल की किस्म कड़ी नहीं हैगी। सिंपल जा क्वेश्चन, ठीक है। फर्स्ट पॉइंट कहता मेंटल नॉलेज, ये तो होनी जरूरी है, ताही थॉट आएंगे, ताही थॉट एक्सप्रेस कर सको, फीलिंग एक्सप्रेस कर दो, ठीक है। आई मीन टू से कोग्निटिव डेवलपमेंट इज अ टाइप ऑफ रिलेटेड टू द इंटेलिजेंसी, ये ध्यान रखना, ठीक है। सैकेंड आती है सोशल नॉलेज। हाँ जी, 2 फिलोसफर सीगे, एक साडे वास्ते जीन पियाजे सी जिन्होंने एक मेंटल नॉलेज की गल की, एक साडे वास्ते विगोस्की सीगे जिन्होंने सोशल डिवेलपमेंट की गल की। इट मीन के सारी चीज़ां इंटैलीजेंस नूं अगे लेके जांदियां ने, ठीक है। लर्निंग के कंसैप्ट नूं, मैच्योरिटी के कंसैप्ट नूं अगे लेके जांदियां ने। मतलब ये क्वेश्चन पूछा गया इट्स नॉट अ टाइप, कि टाइप नहीं हैगी, ये 2 तो टाइप्स हैगियां ने। तो क्वेश्चन आंसर जी ऑप्शन है थोड़े सी देखनी है, स्टेबल नॉलेज। स्टेबल मतलब जो एक जगह ते स्टैगनेट है, लिटिल बिट आई मीन टू से लिटिल थोड़ा बहुत कहना मतलब इंप्रूवमेंट हैगा भी है या नो इंप्रूवमेंट है। इस तरह की नॉलेज नूं असीं की नहीं कह सकते, इंटैलीजेंस नहीं कह सकते। तो आंसर जो आएगा थोड़े वास्ते सी ऑप्शन आएगी, जो इंटैलीजेंस की टाइप नहीं हैगी। तो आंसर है स्टेबल नॉलेज इज द नॉट अ टाइप ऑफ द इंटैलीजेंस, ये ध्यान रखना। क्वेश्चन नंबर 8 की गल कर जा रहे हैं अगे, इंपॉर्टेंट क्वेश्चन है, जीन पियाजे थ्योरी के उत्ते है। हु गेव द प्रिंसीपल ऑफ इन्वेस्टिगेशन मैथड। अगर याद हो कल वाले लैक्चर च करवाया गया सीगा, वीडियो लैक्चर दे विच ये वर्ड किन्ना ने कहे सीगे, किहड़े वर्ड, कि अगर तुसीं कोग्निटिव डिवेलपमेंट करना चाहते हो
तो ਉਹਦੇ ਵਾਸਤੇ ਇਨਵੈਸਟੀਗੇਸ਼ਨ ਜ਼ਰੂਰੀ ਹੈ, ਨਾ ਕਿ ਤੁਹਾਡੇ ਵਾਸਤੇ ਇਨਵੀਟੇਸ਼ਨ ਜ਼ਰੂਰੀ ਹੈ। ਤੇ ਧਿਆਨ ਰੱਖਣਾ ਕੱਲ ਕੁਐਸਚਨ ਨੰਬਰ 3rd और 4th ਕੁਐਸਚਨ ਹੋਏਗਾ ਇਸ ਚੀਜ਼ ਦੇ ਬਾਰੇ, ਤੇ ਵਰਡ ਕਿੰਨਾਂ ਨੇ ਕਹੇ ਗਏ ਸੀ, ਤਾਂ ਉੱਥੇ ਆਪਸ਼ਨ ਇਹੀ ਪੁੱਛੇ ਗਏ ਸੀ ਕਿ ਕਿੰਨਾਂ ਦੁਆਰਾ ਕਹੇ ਗਏ ਸੀ। ਅੱਜ ਕੁਐਸਚਨ ਥੋੜਾ ਮੋਲਡ ਕੀਤਾ ਗਿਆ ਤੇ ਵਿੱਚ ਪੁੱਛਿਆ ਗਿਆ ਹੈ ਹੂ ਗੇਵ ਦਾ ਪ੍ਰਿੰਸੀਪਲ ਇਨਵੈਸਟੀਗੇਸ਼ਨ ਮੈਥਡ। ਇਨਵੈਸਟੀਗੇਸ਼ਨ ਮੈਥਡ ਜਿਹੜਾ ਪ੍ਰਿੰਸੀਪਲ ਹੈ ਉਹ ਕਿੰਨਾਂ ਦੁਆਰਾ ਦਿੱਤਾ ਗਿਆ ਸੀਗਾ। ਤਾਂ ਆਪਸ਼ਨ ਹੈ ਜੀਨ ਪਿਆਜੇ, ਬੀ ਆਪਸ਼ਨ ਹੈ ਕੋਲਬਰਗ, सी ऑप्शन है वगोस्की, डी ऑप्शन है स्किनर। तो ध्यान रखना कल अगर किसी बच्चे ने वीडियो नहीं देखी है रिकॉर्डेड इसके अकॉर्डिंग तो तुसी कल लेटेस्ट वाली वीडियो चेक कर सकते हो। और अकॉर्डिंग ऑप्शन आनी थोड़ी अपनी जीन पियाजे जिन्हें दस्या कि कोग्निटिव डेवलपमेंट करवाई जा सकती है या डेवलपमेंट हो सकती है, तो इट्स हैव टू गो थ्रू द इन्वेस्टिगेशन के थ्रू हो सकती है। अदरवाइज इन्विटेशन की लोड़ नहीं हैगी, क्योंकि अगर मानसिक विकास की गल की जाए तो इन्होंने गल की फिजिकल डिवेलपमेंट की, फिजिकल कोग्निटिव डिवेलपमेंट की गल की जीन पियाजे ने। जिमें कि कल भी दस्या सीगा कि इन्होंने जी अपनी इन्वेस्टिगेशन की सी कोग्निटिव डिवेलपमेंट उत्ते अपने 3 बच्चे उत्ते की सी। सब तो बड़ा बच्चा 15 साल तक का सी, तब 15 साल ही ने अपनी इन्वेस्टिगेशन दे विच रखी सी। उस तो बाद कोई स्टेज नहीं रखी, 16 साल 17 साल ये कोई नहीं रखा गया। और 15 साल की जी उम्र सी इन्होंने उस उम्र को फॉर्मल स्टेज कहा सी। ये ध्यान रखना कि सब तो ये जो बच्चा होगा ज़्यादा तो ज़्यादा बच्चा अपने ब्रेन उत्ते डिवेलप कर चुकूगा, बच्चा मैच्योर ज़्यादा हो चुकूगा इस उम्र दे विच। इस उम्र में उन्होंने काहदा नाम दिता सीगा, फॉर्मल ऑपरेशनल स्टेज का नाम दिता सीगा। ये ध्यान रखना इन्वेस्टिगेशन मैथड का प्रिंसीपल जीन पियाजे द्वारा कन्वे किया गया सीगा। क्वेश्चन नंबर 9th इंपॉर्टेंट क्वेश्चन बट रिलेट टू द जीन पियाजे थ्योरी। मैं पहला दस देना ये थ्योरी के जी थोड़ा कंसैप्ट करवाए जाएंगे और इन्हों की अडाप्टिव प्रोसैस के अकॉर्डिंग करवाए जाएंगे। जीन पियाजे की एक प्रोसैस सी अडाप्टिव प्रोसैस, और कुछ चीज़ें दी गई स्कीमा की होंगे, एसिमिलेशन की होंगी है, इक्विलिब्रियम की होंगी है, न्यू इक्विलिब्रियम की होगा, आई मीन टू से डिसइक्विलिब्रियम भी की होएगा। आ चीज़ों की गल की गई सी जीन पियाजे द्वारा, बहुत डीपली तरीके CDP करवाई जा रही है। ठीक है जी। क्वेश्चन नंबर 9th की कह रहे हैं, वट इज ऑपरेशनल स्टेज। हुण गल की गई है फॉर्मल ऑपरेशनल स्टेज। अगर स्टेज चेक करते हो तो जी स्टेज दी गई सी उपर हम क्वेश्चन करके आया, तो जीन पियाजे ने स्टेज प्रिंसीपल की थ्योरी दी सी। तो मैं तुहानूं पहला दस्सिया सीगा पियाजे ने जी थ्योरी कवर की अपने 3 बच्चे उत्ते की सी। तो 3 बच्चे विच सब तो जो बच्चा सी बड़े वाला उसकी उम्र 15 साल की सी, सिर्फ 15 साल तक की उम्र रखी सी। यानी कि अगर ऑप्शन चेक करते हो तो बी ऑप्शन नहीं आएगी, सी ऑप्शन नहीं आएगी, बची ऑप्शन बी, ए और डी। ए और डी फॉर्मल ऑपरेशनल की गल करता है। फॉर्मल मतलब जिथे बच्चे को अपने रूल्स का पता लग जाता है, ठीक है, रेगुलेशंस का पता लग जाता है, नॉर्म्स का पता लग जाता है, स्टैंडर्ड का पता लग जाता है, सोसाइटी का पता लग जाता है, ईवन कि बच्चा इतने ज़्यादा तो ज़्यादा की हो जाता है पोटेंशियल हो जाता है। और किसी फिलोसफर ने गल की सी कि 14 तो लैके 15 साल तक के बच्चे का जो दिमाग है वह सब तो ज़्यादा होंगे, और जो नॉलेज लैनी होंगी है तो इस उम्र के सब तो बच्चा जो नॉलेज है ग्रैप करता है। तो 14 और 15 साल ही मेनली बच्चे की क्रिएटिव उम्र है, और यही उम्र बच्चे की गैंग एज की भी है। गैंग एज मतलब इतने ज़्यादा तो ज़्यादा बच्चा अपने फ्रेंड सर्कल में जुड़ता है और घर के थोड़ा जिहा अपना काम घटा दिंदा है। आई मीन टू से आगे सोसाइटी जी बनती है और बच्चे की स्कूल एज तो लैके टिल बच्चे की ऑर्गेनाइजेशन तक साथ देती है, जिस उम्र में असीं किहड़ी उम्र बोलांगे 11 तो लैके 15 साल तक की उम्र बोलांगे। क्वेश्चन नंबर 10th इंपॉर्टेंट क्वेश्चन है, थोड़ा जिहा इहदे मैं फेवर दे विच भी जाऊँगा, थोड़ा जिहा अंगेस्ट भी जाऊँगा इस क्वेश्चन को लैके। क्वेश्चन दा हैगा विच थ्योरिस्ट किहड़े फिलोसफर ने यह बिलीव किया सीगा कि थॉट सब तो पहला आएंगे, लैंग्वेज उस तो बाद आएगी। थोड़ा जिहा डिफरेंट है इस चीज़ को लैके। क्वेश्चन पूछा गया कि थॉट कम्स बिफोर लैंग्वेज, कहता की है विचार भाषा तो पहला आता है या बाद दे विच आंदा है। यह गल किन्हां द्वारा कही गई सी। पहली गल तो थॉट आने जाते हैं, लैंग्वेज बच्चा बाद सीखता है। यह गल की सी जीन पियाजे ने, बट इन्हों के जोड़े अंग्रेज सीगे विगोस्की, ठीक है, विगोस्की ने बहुत बड़ी गल कही सी। उन्होंने गल कही सी कि सब तो पहले लैंग्वेज आऊगी, फिर की आएंगे थोड़े अपने थॉट आएंगे, और किमें आएंगे किमें नहीं आएंगे वो सारा चीज़ तुहानूं थियोरेटिकल पोर्शन दे विच मिल जाएगा फिलहाल। ठीक है। विच थियरिस्ट बिलीव दैट थॉट कम्स बिफोर लैंग्वेज, भी सब तो पहले साढ़े पास की आना चाहते विचार आएगा, दैन उस तो बाद भाषा आएगी। ये जीन पियाजे ने कहा सी, लेकिन विगोस्की ने सोशल डेवलपमेंट देखते हुए उन्होंने ये गल की सी सब तो पहले लैंग्वेज आएगी, दैन फिर की आएगा थॉट आएगा। नेक्स्ट आओ क्वेश्चन नंबर 11th मीनिंग ऑफ पीर ग्रुप।
ਜਿਹੜਾ ਪੀਅਰ ਗਰੁੱਪ ਹੁੰਦਾ ਸਾਡੇ ਵਾਸਤੇ ਉਹਦਾ ਮੀਨਿੰਗ ਕੀ ਹੈ। ਕੱਲ ਅਗਰ ਕਿਸੇ ਬੱਚੇ ਨੇ ਚੈੱਕ ਕੀਤਾ ਹੋਵੇ ਵੀਡੀਓ ਲੈਕਚਰ ਚੈੱਕ ਕੀਤਾ ਹੋ ਤਾਂ ਉਹਦੇ 'ਚ ਮੈਂ ਤੁਹਾਨੂੰ ਪੀਅਰ ਗਰੁੱਪ ਦੀ ਡੈਫੀਨੇਸ਼ਨ ਦੱਸੀ ਸੀ। ਪੀਅਰ ਗਰੁੱਪ ਸਾਡੇ ਵਾਸਤੇ ਹੁੰਦਾ ਕੀ ਹੈ, ਕਿ ਸਾਡੇ ਵਾਸਤੇ ਸਕੂਲ ਵਾਲੇ ਬੱਚੇ ਹੁੰਦੇ ਨੇ, ਠੀਕ ਹੈ, ਜਾਂ ਸਾਡੇ ਵਾਸਤੇ ਕਲਾਸਮੇਟ ਹੁੰਦੇ ਨੇ, ਜਾਂ ਸੁਸਾਇਟੀ ਦੇ ਬੱਚੇ ਹੁੰਦੇ ਨੇ, ਜਾਂ ਮੇਰੇ ਤਾਏ ਚਾਚੇ ਦੇ ਜਾਂ ਫਿਰ ਭੂਆ ਤਾਈਆਂ ਦੀ ਚਾਚੀਆਂ ਦੇ ਬੇਟੇ ਹੁੰਦੇ ਨੇ। ਤੇ ਧਿਆਨ ਰੱਖਣਾ ਜਦੋਂ ਪੀਅਰ ਗਰੁੱਪ ਦੀ ਗੱਲ ਕੀਤੀ ਜਾਂਦੀ ਹੈ ਤੇ ਇਹਦੇ 'ਚ ਅਸੀਂ ਗੱਲ ਕਰਾਂਗੇ ਆਪਣੇ ਸਟੇਜ ਦੇ ਬੱਚਿਆਂ ਦੀ, ਮਤਲਬ ਜਿਹੜੀ ਮੇਰੀ ਏਜ ਹੋਏਗੀ ਉਸ ਏਜ ਦੇ ਅਕੋਰਡਿੰਗ ਮੈਂ ਆਪਣੇ ਨੂੰ ਦੇਖੂੰਗਾ ਕਿ ਕਲਾਸ ਜਿਹੜੇ ਬੱਚੇ ਹੁੰਦੇ ਨੇ ਕਿ ਉਹ ਸਾਡੇ ਵਾਸਤੇ ਸੇਮ ਏਜ ਦੇ ਨਹੀਂ ਹੁੰਦੇ। ਨਹੀਂ, ਇਹ ਧਿਆਨ ਰੱਖਣਾ ਕਿਸੇ ਦੀ ਉਮਰ ਮੰਨ ਕੇ ਚੱਲੋ ਅਗਰ 12 ਸਾਲ ਦੀ ਉਮਰ ਹੈਗੀ ਹੈ ਉਹ ਬੇਸਿਕਲੀ ਬੱਚਾ ਉਹ 7th ਕਲਾਸ ਬੈਠਣ ਜੋਗਾ ਹੁੰਦਾ ਹੈ ਨਾ। ਕਿਸੇ ਬੱਚੇ ਦੀ ਉਮਰ ਘੱਟ ਵੀ ਹੁੰਦੀ ਹੈ, ਕੋਈ ਬੱਚਾ 2 ਸਾਲ ਦਾ ਗੈਪ ਆ ਕੇ ਅੱਗੇ ਚਲਾ ਜਾਂਦਾ ਹੁੰਦਾ ਜਾਂ ਪਿੱਛੇ ਚਲਾ ਜਾਂਦਾ ਹੁੰਦਾ, ਤਾਂ ਕਲਾਸਮੇਟ ਨੂੰ ਅਸੀਂ ਪੀਅਰ ਗਰੁੱਪ ਨਹੀਂ ਕਹਿ ਸਕਦੇ। ਜਿਹੜੀ ਉਮਰ ਦੇ ਬੱਚੇ ਮੇਰੀ ਸੇਮ ਉਮਰ ਦੇ ਹੋਣਗੇ ਉਹੀ ਬੱਚੇ ਮੇਰੇ ਵਾਸਤੇ ਕੀ ਬਣਨਗੇ, ਪੀਅਰ ਗਰੁੱਪ ਬਣਨਗੇ। ਤਾਂ ਆਪਸ਼ਨ ਚੈੱਕ ਕਰ ਲੈਣਾ। ਫਿਲਹਾਲ ਆਪਸ਼ਨ ਫਸਟ ਪਾਉਂਦੇ ਤੁਹਾਡੇ ਵਾਸਤੇ ਸਟਰੀਟ ਪਰਸਨ। ਚਲੋ ਸੁਸਾਇਟੀ ਬਣਾਉਣੀ ਹੈ ਤਾਂ ਪੀਅਰ ਗਰੁੱਪ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਤੁਹਾਡੀ ਸੁਸਾਇਟੀ ਵੱਲ ਦੇਖਿਆ ਜਾਵੇ ਤਾਂ ਸੁਸਾਇਟੀ ਦੇ ਵਿੱਚ ਬੱਚੇ ਬੜੇ ਵੀ ਹੁੰਦੇ ਨੇ ਛੋਟੇ ਵੀ ਹੁੰਦੇ ਨੇ। ਲਾਈਕ ਕ੍ਰਿਕਟ ਖੇਡ ਲੈਂਦੇ ਆ ਤਾਂ ਕ੍ਰਿਕਟ ਵੀ ਕੁਝ ਬੱਚੇ ਬੜੇ ਵੀ ਮਿਲ ਜਾਣਗੇ, ਕੁਝ ਬੱਚੇ ਛੋਟੇ ਮਿਲ ਜਾਣਗੇ, ਉਹ ਸਾਡੇ ਵਾਸਤੇ ਪੀਅਰ ਗਰੁੱਪ 'ਚ ਨਹੀਂ ਆਉਂਦੇ। ਕਲਾਸਮੇਟ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਸੀ, ਸਕੂਲ ਦੀ ਏਜ ਦੇ ਅਕੋਰਡਿੰਗ ਕੁਝ ਬੱਚੇ ਬੜੇ ਵੀ ਪਾਏ ਜਾਂਦੇ ਨੇ ਔਰ ਛੋਟੇ ਵੀ ਪਾਏ ਜਾਂਦੇ ਨੇ। ਤਾਂ ਪੀਅਰ ਗਰੁੱਪ ਦਾ ਮਤਲਬ ਹੁੰਦਾ ਜਿਸ 'ਚ ਉਮਰ ਸਾਡੀ ਸੇਮ ਉਮਰ ਹੋਏਗੀ। ਅਗਰ 7 ਸਾਲ ਦੀ ਉਮਰ ਹੈ ਤਾਂ ਸਾਰੇ ਬੱਚੇ 7 ਸਾਲ ਦੇ ਹੋਣੇ ਚਾਹੁੰਦੇ ਨੇ, ਕੋਈ ਬੱਚਾ ਬੜਾ ਜਾਂ ਛੋਟਾ ਨਹੀਂ ਹੋਣਾ ਚਾਹੁੰਦਾ। ਤਾਂ ਪੀਅਰ ਗਰੁੱਪ ਸਾਡੇ ਵਾਸਤੇ ਸੇਮ ਏਜ ਦੇ ਬੱਚੇ ਹੋਣਗੇ। ਨੈਕਸਟ ਆ ਕੁਐਸਚਨ ਨੰਬਰ 12। ਕੁਐਸਚਨ ਨੰਬਰ 12 ਕੀ ਕਹਿ ਰਹੇ ਆ, ਦਾ ਪੀਰੀਅਡ ਆਫ ਸੋਸ਼ਲਾਈਜੇਸ਼ਨ ਮਤਲਬ ਕੀ ਹੈ, ਸਮਾਜੀਕਰਨ ਦੇ ਅਵਧੀ ਦੀ ਗੱਲ ਕੀਤੀ ਗਈ ਹੈ। ਸਮਾਜ ਜਦੋਂ ਬਣਦਾ ਹੈ ਤੇ ਕਿਹੜੀ ਉਮਰ ਤੋਂ ਬਣਨਾ ਸਟਾਰਟ ਹੋ ਜਾਂਦਾ ਹੈ, ਕਿ ਕੋਈ ਉਮਰ ਹੁੰਦੀ ਵੀ ਹੈ ਜਾਂ ਨਹੀਂ ਹੁੰਦੀ। ਤਾਂ ਆਪਸ਼ਨ ਹੈ ਤੁਹਾਡੇ ਵਾਸਤੇ ਪ੍ਰੀ ਚਾਈਲਡਹੁੱਡ ਜਾਂ ਸਿੰਪਲ ਚਾਈਲਡਹੁੱਡ ਜਾਂ ਸੀ ਆਪਸ਼ਨ ਤੁਹਾਡੇ ਵਾਸਤੇ ਐਡੋਲਸੈਂਟ। ਤੇ ਧਿਆਨ ਰੱਖਣਾ ਸ਼ੁਰੂਆਤ ਦੀ ਬੱਚਾ ਸੁਸਾਇਟੀ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਮਤਲਬ ਸੁਸਾਇਟੀ ਦੇ ਜਿਹੜੇ ਆਰਗਨ ਹੁੰਦੇ ਨੇ ਉਹ ਕਿਹੜੇ ਕਿਹੜੇ ਹੋਣਗੇ ਤੁਹਾਨੂੰ ਸਭ ਨੂੰ ਪਤਾ ਹੈ। ਮੇਨਲੀ ਪਹਿਲਾਂ ਤਾਂ ਆਉਂਦੀ ਹੈ ਸਾਡੇ ਵਾਸਤੇ ਫੈਮਿਲੀ, ਔਰ ਦੂਸਰੀ ਸਾਡੇ ਵਾਸਤੇ ਆਉਂਦੀ ਹੈ ਸੁਸਾਇਟੀ, ਥਰਡ ਸਾਡੇ ਵਾਸਤੇ ਆਉਂਦੀ ਹੈ ਸਾਡੇ ਆਪਣਾ ਸਕੂਲ ਗਰੁੱਪ ਜਿਹਨੂੰ ਅਸੀਂ ਬੋਲਾਂਗੇ ਸਕੂਲ ਦਾ ਇਨਵਾਇਰਮੈਂਟ, ਠੀਕ ਹੈ। ਥਰਡ ਸਾਡੇ ਵਾਸਤੇ ਆ ਜਾਊਗੀ ਸਕੂਲ, ਫੋਰਥ ਆ ਜਾਊਗਾ ਕਿਸੇ ਨੇ ਆਰਗੇਨਾਈਜੇਸ਼ਨ ਨੂੰ ਮੈਂ ਜੁਆਇਨ ਕੀਤਾ ਉਹ ਚੀਜ਼ ਸਾਹਮਣੇ ਰੱਖੀ ਜਾਏਗੀ। ਲਾਸਟ ਵਿੱਚ ਫਿਰ ਕੌਣ ਬਚਦੀ, ਤੁਹਾਡੀ ਆਪਣੀ ਸੁਸਾਇਟੀ। ਇਹ ਕੁਝ ਅੰਗ ਨੇ ਜੋ ਬੱਚੇ ਦੇ ਇਨਵਾਇਰਮੈਂਟ ਨੂੰ ਸੁਧਾਰਦੇ ਵੀ ਨੇ ਔਰ ਇਹਨਾਂ ਨੂੰ ਖਰਾਬ ਵੀ ਕਰਦੇ ਨੇ। ਤਾਂ ਸੁਸਾਇਟੀ 'ਚ ਜਿਹੜਾ ਪੀਰੀਅਡ ਹੁੰਦਾ ਹੈ ਉਹ ਕਦੀ ਵੀ ਲਿਮਿਟਿਡ ਨਹੀਂ ਹੁੰਦਾ, ਉਹ ਅਨਲਿਮਿਟਿਡ ਹੁੰਦਾ ਹੈ। ਇਹ ਕਿਸੇ ਵੀ ਸਟੇਜ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਤਾਂ ਚਾਹੇ ਪ੍ਰੀ ਚਾਈਲਡਹੁੱਡ 'ਚ ਕਰ ਲਓ ਜਾਂ ਐਡੋਲਸੈਂਟ ਦੇ ਵਿੱਚ ਕਰ ਲਓ, ਕਿਸੇ ਮਰਜ਼ੀ ਵਿੱਚ ਕਰ ਲਓ, ਤਾਂ ਆਨਸਰ ਇੱਕੋ ਹੀ ਬਣੇਗਾ, ਦੈਟਸ ਕੋ ਆਲ ਆਫ ਅਬਵ। ਕਿਉਂਕਿ ਫੈਮਿਲੀ ਹੈ ਤਾਂ ਬੱਚਾ ਜਦੋਂ ਪੈਦਾ ਹੁੰਦਾ ਤਾਂ ਸਭ ਤੋਂ ਪਹਿਲਾਂ ਸੁਸਾਇਟੀ ਕਿਹਦੇ ਨਾਲ ਬਣਦੀ, ਉਹਦੀ ਮਦਰ ਨਾਲ ਬਣਦੀ ਹੈ ਜਾਂ ਉਹਦੇ ਫਾਦਰ ਨਾਲ ਬਣਦੀ ਹੈ, ਜਾਂ ਜੋ ਵੀ ਫੈਮਿਲੀ ਦੇ ਵਿੱਚ ਰਹਿੰਦੇ ਨੇ ਦਾਏ ਚਾਚੇ ਵਗੈਰਾ ਜਾਂ ਦਾਦਾ ਦਾਦੀ ਕੋਈ ਵੀ ਰਹਿੰਦੇ ਨੇ ਤਾਂ ਉਹਨਾਂ ਨੂੰ ਸੁਸਾਇਟੀ ਬੱਚਾ ਬਣਾਉਂਦਾ ਹੈ ਤੇ ਇਹਦੀ ਕੋਈ ਉਮਰ ਨਹੀਂ ਹੁੰਦੀ। ਨੈਕਸਟ ਆਓ ਕੁਐਸਚਨ ਨੰਬਰ 13, ਇੰਪੋਰਟੈਂਟ ਕੁਐਸਚਨ ਹੈ ਜਿਹਦੀ ਗੱਲ ਮੈਂ ਕੱਲ ਕਰਕੇ ਆਇਆ ਸੀਗਾ। ਡਿਵੈਲਪਮੈਂਟ ਇਜ਼ ਨੈਵਰ ਐਂਡਿੰਗ ਪ੍ਰੋਸੈਸ, ਕਿਉਂਕਿ ਜਿਹੜੀ ਡਿਵੈਲਪਮੈਂਟ ਹੈ ਉਹ ਸਾਡੇ ਵਾਸਤੇ ਕੁਆਲੀਟੇਟਿਵ ਵੀ ਹੈ ਉਹ ਸਾਡੇ ਵਾਸਤੇ ਕੁਆਂਟੀਟੇਟਿਵ ਵੀ ਹੈ, ਕਿਉਂਕਿ ਇਹਦਾ ਕਿਤੇ ਵਨ ਟਾਈਮ ਸਟਾਪੇਜ ਨਹੀਂ ਹੈਗਾ। ਇਹ ਸ਼ੁਰੂਆਤ ਤੋਂ ਬੱਚੇ ਤੋਂ ਸ਼ੁਰੂ ਹੋ ਕੇ ਜਦੋਂ ਬੱਚੇ ਦਾ ਜਨਮ ਹੁੰਦਾ ਉੱਥੋਂ ਸ਼ੁਰੂ ਹੋ ਕੇ ਟਿਲ ਬੱਚੇ ਦੀ ਡੈਥ ਤੱਕ ਚੱਲਦੀ ਹੈ। ਮਤਲਬ ਕਿ ਮਾਂ ਦੇ ਪੇਟ ਤੋਂ ਲੈ ਕੇ ਬੱਚੇ ਦੀ ਕਵਰ ਤੱਕ ਜਾਏਗੀ, ਟੌਮ ਤੋਂ ਵੋਮ ਤੱਕ ਜਾਏਗੀ, ਠੀਕ ਹੈ, ਵੋਮ ਜਾਂ ਟੌਮ ਤੱਕ ਜਾਏਗੀ। ਜਾਂ ਫਿਰ ਕਹਿ ਸਕਦੇ ਆ ਕਿ ਜਦੋਂ ਬੱਚੇ ਦਾ ਪ੍ਰੋਸੈਸ ਦੇਖਿਆ ਜਾਂਦਾ ਡਿਵੈਲਪਮੈਂਟ ਨੂੰ ਲੈ ਕੇ ਉਹ ਕਿਸ ਚੀਜ਼ ਪ੍ਰਿੰਸੀਪਲ ਨਾਲ ਰਿਲੇਟ ਕਰੇਗਾ। ਮਤਲਬ ਦਿਸ ਆਈਡੀਆ ਇਜ਼ ਐਸੋਸੀਏਟਡ ਵਿਦ, ਇਹ ਆਈਡੀਆ ਕਿਸ ਨੂੰ ਦਰਸਾਉਂਦਾ ਹੈ, ਤਾਂ ਪ੍ਰਿੰਸੀਪਲ ਆਫ ਇੰਟੈਗ੍ਰੇਸ਼ਨ, ਪ੍ਰਿੰਸੀਪਲ ਆਫ ਇੰਟਰੈਕਸ਼ਨ ਜਾਂ ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨ, ਜਾਂ ਫਿਰ ਤੁਹਾਡੇ ਵਾਸਤੇ ਕੀ ਹੋਊਗਾ ਪ੍ਰਿੰਸੀਪਲ ਆਫ ਕੰਟੀਨਿਊਟੀ। ਤਾਂ ਡਿਵੈਲਪਮੈਂਟ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ, ਵਨ ਟਾਈਮ ਸਟਾਪੇਜ ਨਹੀਂ ਹੈ, ਇਹ ਕੰਟੀਨਿਊਸਲੀ ਚੱਲਦੀ ਰਹਿੰਦੀ ਹੈ ਟਿਲ ਡੈਥ ਤੱਕ ਚੱਲਦੀ ਹੈ, ਠੀਕ ਹੈ। ਤਾਂ ਇੱਕੋ ਹੀ ਸਿਧਾਂਤ ਆਏਗਾ, ਦੈਟਸ ਕੋਲ ਆ ਪ੍ਰਿੰਸੀਪਲ ਆਫ ਕੰਟੀਨਿਊਟੀ, ਕਿਉਂਕਿ ਕੁਐਸਚਨ ਆਪਣੇ ਆਪ ਨੂੰ ਆਨਸਰ ਡਿਫਾਈਨ ਕਰ ਰਿਹਾ ਹੈ। ਡਿਵੈਲਪਮੈਂਟ ਇਜ਼ ਨੈਵਰ ਐਂਡਿੰਗ ਪ੍ਰੋਸੈਸ, ਜਿਹੜੀ ਡਿਵੈਲਪਮੈਂਟ ਹੈ ਉਹਦਾ ਕਿਤੇ ਵੀ ਕੋਈ ਐਂਡ ਨਹੀਂ ਹੈਗਾ, ਕਿਤੇ ਵੀ ਕੋਈ ਸਟਾਪੇਜ ਨਹੀਂ ਹੈਗਾ, ਜਿਸ ਕਰਕੇ ਅਸੀਂ ਨੂੰ ਕਹਿੰਦੇ ਆ ਕਿ ਇਹਦੇ ਵਿੱਚ ਕੁਆਲੀਟੇਟਿਵ ਫੈਕਟਰਸ ਵੀ ਹੁੰਦੇ ਨੇ ਔਰ ਕੁਆਂਟੀਟੇਟਿਵ ਫੈਕਟਰਸ ਵੀ ਹੁੰਦੇ ਨੇ। ਜਿਸ ਨਾਲ ਕੁਐਸਚਨ ਤੁਹਾਡਾ ਅਗਲਾ ਕੁਐਸਚਨ ਆ ਰਿਹਾ ਹੈ ਕੁਐਸਚਨ ਨੰਬਰ 14, ਦੋ ਆਲਰੇਡੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਕੁਆਲੀਟੇਟਿਵ ਫੈਕਟਰਸ ਔਰ ਕੁਆਂਟੀਟੇਟਿਵ ਫੈਕਟਰਸ ਸਾਡੇ ਵਾਸਤੇ ਕਿਹੜੇ ਕਿਹੜੇ ਹੁੰਦੇ, ਕਿਹੜੇ ਕਿਹੜੇ ਨਹੀਂ ਹੁੰਦੇ, ਜਿਹਦੀ ਕੱਲ ਗੱਲ ਕੀਤੀ ਸੀ। ਵੇਟ ਸਾਡੇ ਵਾਸਤੇ ਵਨ ਟਾਈਮ ਸਟਾਪੇਜ ਹੈ, ਵੇਟ ਵੱਧਦਾ ਘਟਦਾ, ਠੀਕ ਹੈ ਜੀ। ਹਾਈਟ ਸਾਡੇ ਵਾਸਤੇ ਇੱਕ ਟਾਈਮ ਤੇ ਆ ਕੇ ਸਟਾਪੇਜ ਲੱਗ ਜਾਂਦੀ ਹੈ, ਜੋ ਕਿਹਦੇ ਵਿੱਚ ਪਾਈ ਜਾਂਦੇ ਨੇ, ਕੁਆਂਟੀਟੀ 'ਚ ਪਾਈ ਜਾਂਦੀਆਂ। ਮਤਲਬ ਕਿ ਗਰੋਥ ਸਾਡੇ ਵਾਸਤੇ ਕੁਆਂਟੀਟੀ ਨੇਚਰ ਦੀ ਹੈ, ਲੇਕਿਨ ਜਿਹੜੀ ਸਾਡੇ ਵਾਸਤੇ ਡਿਵੈਲਪਮੈਂਟ ਹੈ ਉਹ ਸਾਡੇ ਵਾਸਤੇ ਦੋਨੋਂ ਨੇਚਰ ਦੀਆਂ ਨੇ, ਕੁਆਲੀਟੇਟਿਵ ਵੀ ਹੈ ਔਰ ਕੁਆਂਟੀਟੇਟਿਵ ਵੀ ਹੈ। ਕਿਉਂਕਿ ਗਰੋਥ ਜਿਹੜੀ ਹੈਗੀ ਹੈ ਇੱਕ ਟਾਈਮ ਤੇ ਆ ਕੇ ਕੀ ਹੋ ਜੂਗੀ, ਰੁਕ ਜੂਗੀ,
बट जी डिवेलपमेंट है वो कभी भी नहीं रुकती, वो लर्निंग तक थोड़ा लैके जाती है। लर्निंग भी ईवन कि थोड़ी अपनी मैच्योरिटी भी, ये दोनों चीज़ां की दसी जांदियां ने थोड़े अपने डिवेलपमेंट दसी जांदियां ने। ठीक है जी। नैक्सट आओ क्वेश्चन नंबर 15, मैच्योरिटी एंड लर्निंग इज द प्रोडक्शन ऑफ। कहता की है जी लर्निंग है वो प्रोडक्शन की मतलब मैच्योरिटी है और जी लर्निंग है वो किहदा प्रोडक्शन है कि ग्रोथ का नैवर, क्योंकि ग्रोथ तो वन टाइम स्टॉपेज लैके आती है। परसनैलिटी का परसनैलिटी कपड़े नाल नहीं देखी जा सकती, परसनैलिटी बंदे दे आचरण नाल बिहेवियर नाल देखी जा सकती है। लेकिन क्वेश्चन पूछा गया मैच्योरिटी बारे, क्वेश्चन पूछा गया लर्निंग के बारे। ओबवियस है प्रोडक्ट किन्ना दा होएगा थोड़े अपने डिवेलपमेंट का होएगा। अगर क्वेश्चन च पूछना कि हेरिडिटी के किहड़े-किहड़े प्रोडक्ट ने तो ध्यान रखना हेरिडिटी के प्रोडक्ट के विच ग्रोथ भी पाई जाती है, डेवलपमेंट भी पाई जाती है, पर मैच्योरिटी और लर्निंग जो प्रोडक्ट है किहदा प्रोडक्ट होएगा थोड़े अपने ग्रोथ का प्रोडक्ट नहीं हैगा, वो थोड़े अपने डिवेलपमेंट का प्रोडक्ट है। ये भी ध्यान रखना क्योंकि क्वेश्चन पुट्ठे सीधे हैगे हैं जो कन्फ्यूजिंग भी हो सकते हैं। बट क्वेश्चन ध्यान नाल पढ़ियो एक्चुअली पूछा की गया इत्थे प्रोडक्शन की गल करदा है, आई मीन टू से प्रोडक्ट की गल कर रहे हैं भी डिवेलपमेंट के किन्ने प्रोडक्ट ने। तो ध्यान रखना प्रोडक्ट डिवेलपमेंट के दो ही प्रोडक्ट ने, एक मैच्योरिटी, दूसरा की है थोड़ा अपना लर्निंग। क्वेश्चन नंबर 16, कल गल की सी टोटल 23 पेयर पाए जाते हैं बॉय आई मीन टू मैन और वूमेन दे विच, जेडे थोड़े अपने फिजिकल और थोड़े अपने देखा जाए तो कॉमन जेडे थोड़े अपने क्रोमोसोम्स होंगे ने और टोटल 22 पाए जाते हैं मैन दे विच भी और वूमेन दे विच भी। जो लास्ट वाला पेयर बचता है 23rd वाला, ठीक है, और मैं तुम कल दसिया सी काहदे वास्ते यूज़ किया जाता है, सैक्स डिटरमीनेशन वास्ते यूज़ किया जाता है। जिहदे विच पुछदे ने कि लास्ट वाला जो पेयर है उस बॉय है या फिर गर्ल है, मतलब कि लास्ट वाले पेयर की गल की गई है। तो क्वेश्चन नंबर 16 थोड़े क्रोमोसोम्स से रिलेट करता है। तो अ न्यू बॉर्न बेबी विल बी अ गर्ल, और लड़की होनी चाहिए है, ठीक है। और केड़ा क्रोमोसोम होएगा, XY क्रोमोसोम होएगा या XS क्रोमोसोम होएगा या XY क्रोमोसोम होएगा। तो ध्यान रखना जो लास्ट वाला होंदा है अगर गर्ल की गल की जाती है वो साडे वास्ते XS क्रोमोसोम है, अगर बॉय की गल की जाऊगी तो ध्यान रखियो साडे वास्ते किहड़ी वो साडे वास्ते XY क्रोमोसोम है। इत्थे बॉय की गल की गई है लेकिन आंसर जो पूछा गया साडे वास्ते वो गर्ल की गल की गई है। वैसे भी अगर बॉय दे विच क्रोमोसोम की गल की जाती है वो फीमेल फैक्टर करके नहीं चेंज होंदा, वो मेल फैक्टर करके चेंज होगा। फीमेल फैक्टर विच हमेशा जो क्रोमोसोम पाए जाते हैं और XS क्रोमोसोम पाए जाते हैं और मेल फैक्टर के थोड़े वास्ते XY क्रोमोसोम पाए जाएंगे, ये भी ध्यान रखना। क्वेश्चन नंबर 17, क्वेश्चन नंबर 17 मुश्किल है पर इंपॉर्टेंट है। जिहदे विच अगर गल करा ये थोड़ा एक ट्रेट है जो दिता गया सी किसी बंदे द्वारा, ठीक है, उन्होंने नाम भी दसूंगा। फिलहाल उन्होंने दो ये गल की सी प्रिंसीपल सी ओदी गल करांगे। तो पहला क्वेश्चन 17 पढ़ते हैं। द ट्रेट ऑफ वन जीन कहता जी एक जीन है, ठीक है, दैट आर नॉन इफेक्टिव, वो एक जनरेशन दे विच नॉन इफेक्टिव हो सकती है। बट ये ना समझना कि वो मर चुकी है, ये ना समझना वो मर चुकी है, वो अपनी अपीयरेंस नेक्स्ट जनरेशन जरूर दिखाऊगी। मतलब दिस इज द प्रिंसीपल ऑफ एक कादा प्रिंसीपल होएगा। पहली गल तो यह दो प्रिंसीपल दिते गए सी हेरिडिटरी उत्ते, एक किन्ना द्वारा दिते गए सी तुहानूं पता होना चाहता है, जॉन गरीगन मंडल द्वारा दिते गए सी, जॉन गरीगन मंडल द्वारा दिते गए सी। स्पैलिंग मिस्टेक्स तो नहीं होने चाहिए थोड़े सब दे, क्योंकि कन्फ्यूजिंग पूछा जा सकता है कि चीज़ हो सकती है कि चीज़ नहीं हो सकती। तो जॉन गरीगर मंडल द्वारा ये सारी चीज़ा दो प्रिंसीपल दिते गए सी। हुण देखांगे दोबारा तो क्वेश्चन च की कहता है, द ट्रेट ऑफ वन जीन, एक जीन का जो बिहेवियर है वो एक जनरेशन च नॉन इफेक्टिव हो सकता है, पर यह ना समझियो कि मर चुक्या होएगा, फॉर एवर तरीके ना मर चुक्या होएगा, नहीं, वो अपना जो आई मीन टू रंग है और नैक्सट जनरेशन दिखाऊगा। ये प्रिंसीपल किन्ने दिता सीगा, पहली गल तो दिता किन्ने सी, जॉन गरीगर मंडल ने। यह प्रिंसीपल किस नूं दसदा है, तो ध्यान रखना उस प्रिंसीपल साडे B पॉइंट दसूगा, सैग्रीगेशन एंड डोमीनेंस। नाम तो पता लगता है कि अगर वो एक बार बिछड़ चुकिया, सैग्रीगेट हो चुकिया, ठीक है, एक बार निकल चुकिया, तो यह ना देखियो कि मर जाऊगा और दोबारा तो डोमीनेट होएगा और अपना प्रभाव पाऊगा ही पाऊगा। लाइक मैं एग्जाम्पल याद आती है हमेशा जो पहले बच्चे ने करवाया सी पिछले साल, इस टॉपिक के अकॉर्डिंग सैग्रीगेशन डोमीनेंस में लैके एक एग्जाम्पल याद आती है। लाइक अगर मैं गल करा थोड़े नाल
इस चीज़ ਨੂੰ ਲੈ ਕੇ ਮੰਨ ਕੇ ਚੱਲੋ ਤੁਹਾਡੇ ਤੁਸੀਂ ਇੱਕ ਬੱਚੇ ਹੋ, ਠੀਕ ਹੈ, ਤੁਹਾਡੇ ਦਾਦਾ ਜੀ ਨੂੰ ਇੱਕ ਪੁਰਾਣੀ ਬਿਮਾਰੀ ਸੀ, ਕੋਈ ਵੀ ਪੁਰਾਣੀ ਬਿਮਾਰੀ, ਠੀਕ ਹੈ, ਉਹ ਦਾਦਾ ਜੀ ਨੂੰ ਹੋਈ ਪੁਰਾਣੀ ਬਿਮਾਰੀ, ਤੁਹਾਡੇ ਬਾਅਦ 'ਚ ਫਾਦਰ ਆਏ ਨੈਕਸਟ ਜਨਰੇਸ਼ਨ 'ਚ, ਉਹ ਤੁਹਾਡੇ ਫਾਦਰ ਨੂੰ ਬਿਮਾਰੀ ਨਹੀਂ ਹੋਈ, ਉਹ ਬਾਅਦ ਵਿੱਚ ਕਿਹਨੂੰ ਹੋ ਗਈ, ਤੁਹਾਡੇ ਆਪਣੇ ਗ੍ਰੈਂਡਸਨ ਨੂੰ ਹੋ ਗਈ, ਮਤਲਬ ਕਿ ਪੋਤੇ ਨੂੰ ਹੋ ਗਈ ਜਾਂ ਪੋਤੀ ਨੂੰ ਹੋ ਗਈ, ਠੀਕ ਹੈ। ਤੇ ਧਿਆਨ ਰੱਖਿਓ ਜਿਹੜਾ ਇੱਕ ਤੁਹਾਡਾ ਆਪਣਾ ਟ੍ਰੇਟ ਹੈ ਉਹ ਇੱਕ ਜਨਰੇਸ਼ਨ ਦੇ ਵਿੱਚ ਹਾਵੀ ਨਹੀਂ ਹੋ ਸਕਦਾ। ਮੰਨ ਲਓ ਫਾਦਰ ਦੀ ਉਮਰ 'ਚ ਹਾਵੀ ਨਹੀਂ ਹੋਇਆ, ਉਹਨੇ ਆਪਣਾ ਪ੍ਰਭਾਵ ਨਹੀਂ ਪਾਇਆ, ਲੇਕਿਨ ਇਹ ਨਾ ਸਮਝੋ ਕਿ ਉਹ ਮਰ ਚੁੱਕਿਆ ਹੋਏਗਾ, ਉਹ ਆਪਣਾ ਰੰਗ ਦਿਖਾਊਗਾ, ਕੀ ਪਤਾ ਸੈਕਿੰਡ ਜਨਰੇਸ਼ਨ 'ਚ ਦਿਖਾ ਦੇ, ਮਤਲਬ ਕਿ ਉਹ ਫੈਕਟਰ ਡੋਮੀਨੈਂਟ ਵੇ ਨਾਲ ਰਹੂਗਾ, ਕੀ ਪਤਾ ਕਿਸੇ ਜਨਰੇਸ਼ਨ 'ਚ ਆਊਗਾ, ਕਿਸੇ ਜਨਰੇਸ਼ਨ 'ਚ ਨਾ ਆਊਗਾ। ਤੇ ਧਿਆਨ ਰੱਖਣਾ ਇਸ ਚੀਜ਼ ਨੂੰ ਲੈ ਕੇ ਜੋ ਤੁਹਾਨੂੰ ਗੱਲ ਦੱਸੀ ਹੈ। ਵੈਸੇ ਬਿਮਾਰੀ ਵਾਲੀ ਗੱਲ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਨੂੰ ਸ਼ੋ ਕਰਦੀ ਹੈ, ਉਹ ਐਗਜ਼ਾਮਪਲ ਦਾ ਨਾਮ ਕੀ ਹੈ, ਸੈਗਰੀਗੇਸ਼ਨ ਐਂਡ ਡੋਮੀਨੈਂਸ। ਦਿੱਤਾ ਕਿੰਨਾ ਨੇ ਸੀਗਾ, ਇਹ ਜੌਨ ਗੈਰਿਗਰ ਮੰਡਲ ਨੇ। ਇਹ ਧਿਆਨ ਰੱਖਣਾ। ਕੁਐਸਚਨ ਨੰਬਰ 18, ਦ ਟੈਕਸਟ ਬੁੱਕ ਆਫ ਕਲਾਸ 8th, ਇੱਕ ਕਲਾਸ 8ਵੀਂ ਦੀ ਟੈਕਸਟ ਬੁੱਕ ਹੈ ਜਿਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਗਈ ਹੈ, ਠੀਕ ਹੈ, ਐਗਜ਼ਾਮਪਲ ਦਿੱਤੀ ਗਈ ਹੈ। ਕੀ ਐਗਜ਼ਾਮਪਲ ਹੈ, ਵੂਮਨ ਐਜ਼ ਅ ਟੀਚਰ, ਜਿਹੜੀ ਲੜਕੀਆਂ ਹੁੰਦੀਆਂ ਨੇ ਜਾਂ ਵੂਮਨ ਹੁੰਦੀਆਂ ਨੇ ਜਾਂ ਤਾਂ ਟੀਚਰ ਬਣਦੀਆਂ ਨੇ ਜਾਂ ਮੇਡ ਮਤਲਬ ਇਹ ਨਾ ਸਮਝੋ ਕਿ ਨੌਕਰਾਨੀਆਂ ਹੋਣਗੀਆਂ, ਕੀ ਪਰ ਘਰ ਦੇ ਵਿੱਚ ਤੁਹਾਡੇ ਆਪਣੇ ਮਦਰ ਵੀ ਹੈ, ਉਹ ਇੱਕ ਤਰ੍ਹਾਂ ਮੇਡ ਦਾ ਕੰਮ ਵੀ ਕਰਦੇ ਆ, ਠੀਕ ਹੈ, ਘਰ 'ਚ ਹੀ ਕੰਮ ਕਰਦੇ ਆ ਫਿਲਹਾਲ। ਤੇ ਜਿਹੜੀ ਵੂਮਨ ਹੈ ਉਹ ਸਾਡੇ ਵਾਸਤੇ ਜਾਂ ਤਾਂ ਟੀਚਰ ਹੋ ਸਕਦੀ ਹੈ ਜਾਂ ਮੇਡ ਬਣ ਸਕਦੀ ਹੈ। ਇਹ ਐਗਜ਼ਾਮਪਲ ਲਿਖੀ ਵੀ 8ਵੀਂ ਕਲਾਸ ਦੀ ਬੁੱਕ ਦੇ ਵਿੱਚ। ਵਾਈਲ ਮੈਨ ਐਜ਼ ਅ ਡਾਕਟਰ, ਜਿਹੜੇ ਆਦਮੀ ਹੋਣਗੇ ਜਾਂ ਮੇਲ ਫੈਕਟਰ ਹੋਣਗੇ ਉਹ ਹਮੇਸ਼ਾ ਡਾਕਟਰ ਹੀ ਬਣਦੇ ਨੇ ਔਰ ਹਮੇਸ਼ਾ ਪਾਇਲਟ ਹੀ ਬਣਦੇ ਨੇ। ਦਿਸ ਟਾਈਪ ਆਫ ਡਿਪਿਕਸ਼ਨ ਜੋ ਡਿਪਿਕਟ ਕੀਤਾ ਕਿ ਉੱਪਰ ਐਗਜ਼ਾਮਪਲ ਦੱਸੀ ਗਈ ਹੈ, ਇਹ ਵੈਸੇ ਕਿਹਨੂੰ ਪ੍ਰਮੋਟ ਕਰਦੀ ਹੈ? ਤਾਂ ਮੈਂ ਤੁਹਾਨੂੰ ਕੱਲ ਦੋ ਚੀਜ਼ਾਂ ਦੱਸਿਆ ਸੀ, ਇੱਕ ਹਾਲੋ ਫੈਕਟ ਦੱਸਿਆ ਸੀ, ਇੱਕ ਸਟੀਰੀਓਟਾਈਪਿੰਗ ਦੱਸਿਆ ਸੀ। ਸਟੀਰੀਓਟਾਈਪਿੰਗ ਦਾ ਮਤਲਬ ਇਹ ਦੱਸਿਆ ਸੀਗਾ ਕਿ ਜਿਹੜੀ ਲੜਕੀਆਂ ਹੁੰਦੀਆਂ ਨੇ ਉਹਨਾਂ ਨੂੰ ਪਿੰਕ ਕਲਰ ਹੀ ਪਸੰਦ ਹੁੰਦਾ ਹੈ, ਜਿਹੜੇ ਲੜਕੇ ਹੁੰਦੇ ਨੇ ਉਹਨਾਂ ਨੂੰ ਬਲੂ ਕਲਰ ਗ੍ਰੀਨ ਕਲਰ ਪਸੰਦ ਹੁੰਦਾ ਹੈ। ਲੜਕੀਆਂ ਹਮੇਸ਼ਾ ਘਰ ਦੇ ਵਿੱਚ ਖਾਣਾ ਬਣਾਉਣਾ ਹੀ ਜਾਣਦੀਆਂ ਨੇ, ਬਾਹਰ ਖੇਲਣਾ ਨਹੀਂ ਜਾਣਦੀਆਂ। ਲੜਕੇ ਘਰੇ ਰਹਿਣਾ ਪਸੰਦ ਨਹੀਂ ਕਰਦੇ, ਬਾਹਰ ਜਾ ਕੇ ਖੇਲਣਾ ਹੀ ਜਾਣਦੇ ਨੇ। ਤਾਂ ਇਹ ਵੀ ਐਗਜ਼ਾਮਪਲ ਇੱਕ ਮਿਲਦੀ ਜੁਲਦੀ ਐਗਜ਼ਾਮਪਲ ਹੈ ਕਿ ਜਿਹੜੀ ਵੂਮਨ ਨੇ ਉਹ ਟੀਚਰਸ ਹੀ ਹੁੰਦੀਆਂ ਨੇ ਜਾਂ ਮੇਡ ਹੁੰਦੀਆਂ ਨੇ, ਲੇਕਿਨ ਜਿਹੜੇ ਮੈਨ ਹੁੰਦੇ ਨੇ ਡਾਕਟਰ ਬਣ ਸਕਦੇ ਨੇ, ਪਾਇਲਟ ਬਣ ਸਕਦੇ ਨੇ। ਇਸ 'ਚ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ? ਤਾਂ ਉੱਪਰ ਜਿਹੜੀ ਕੱਲ ਕੁਐਸਚਨ ਕੀਤਾ ਸੀ ਆਪਾਂ ਨੇ, ਉਸ 'ਚ ਗੱਲ ਕੀਤਾ ਸੀ ਡਿਸਕ੍ਰਿਮੀਨੇਸ਼ਨ ਕੀਤਾ ਗਿਆ, ਸਟੀਰੀਓਟਾਈਪਿੰਗ ਡਿਸਕ੍ਰਿਮੀਨੇਸ਼ਨ ਕੀਤਾ ਗਿਆ ਮੈਨ ਔਰ ਵੂਮਨ ਦੇ ਵਿੱਚ, ਲੇਕਿਨ ਇਹ 'ਚ ਅਸੀਂ ਗੱਲ ਕਰਾਂਗੇ ਜੈਂਡਰ ਸਟੀਰੀਓਟਾਈਪਿੰਗ ਦੀ। ਤੇ ਧਿਆਨ ਰੱਖਣਾ ਕਿਤੇ ਵੀ ਕੋਈ ਹੋਰ ਐਗਜ਼ਾਮਪਲ ਸੈੱਟ ਨਹੀਂ ਬੈਠੇਗੀ ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਕਿ ਲੜਕੀਆਂ ਇਹੀ ਕੰਮ ਕਰਨਗੀਆਂ, ਉਹਨਾਂ ਨੂੰ ਇਹੀ ਚੀਜ਼ ਪਸੰਦ ਆਏਗੀ, ਬॉय ਇਹੀ ਕੰਮ ਕਰਨਗੇ, ਉਹਨਾਂ ਨੂੰ ਇਹੀ ਚੀਜ਼ ਕਰਨਾ ਪਸੰਦ ਲੱਗਦੀ ਹੈ। ਦੈਟਸ ਕਾਲਡ ਅ ਸਟੀਰੀਓਟਾਈਪਿੰਗ। ਇਹ ਧਿਆਨ ਰੱਖਣਾ। ਲਾਈਕ ਕੱਲ ਕੁਐਸਚਨ ਕੀਤਾ ਸੀ ਬੀ ਬॉय ਨॉट ਬੀ ਲਾਈਕ ਅ ਬਿਹੇਵ ਲਾਈਕ ਅ ਗਰਲਸ, ਲੜਕੇ ਹੋ ਤਾਂ ਲੜਕੇ ਬਣੋ, ਲੜਕਿਆਂ ਵਾਲਾ ਬਿਹੇਵੀਅਰ ਨਾ ਅਪਣਾਓ। ਤਾਂ ਐਗਜ਼ਾਮਪਲ ਇੱਕ ਟੀਚਰ ਵਾਲਾ ਦਿੱਤੀ ਗਈ ਸੀ, ਤਾਂ ਉਹ ਵੀ ਤਾਂ ਸਾਡੇ ਵਾਸਤੇ ਕੀ ਸੀ, ਸਟੀਰੀਓਟਾਈਪਿੰਗ ਹੀ ਸੀ ਨਾ। ਇਹ ਧਿਆਨ ਰੱਖਣਾ ਐਗਜ਼ਾਮਪਲ ਹੁੰਦੀ ਸਾਰੀ ਚੀਜ਼ਾਂ ਨੂੰ ਡਿਪਿਕਟ ਕਰਨ ਵਾਸਤੇ। ਕੁਐਸਚਨ ਨੰਬਰ 19, ਲਰਨਿੰਗ ਕੈਨ ਬੀ ਅਨਰਿਚਡ। ਕਹਿੰਦਾ ਲਰਨਿੰਗ ਨੂੰ ਕਿਵੇਂ ਅੱਛਾ ਬਣਾਇਆ ਜਾ ਸਕਦਾ ਹੈ, ਜਾਂ ਕਹਿ ਸਕਦੇ ਲਰਨਿੰਗ ਕਿਵੇਂ ਬੈਸਟ ਜਾਂ ਇੰਪਰੂਵ ਕੀਤੀ ਜਾ ਸਕਦੀ ਹੈ। ਤਾਂ ਧਿਆਨ ਰੱਖਣਾ ਲਰਨਿੰਗ ਦੀ ਗੱਲ ਕੀਤੀ ਗਈ ਹੈ, ਤਾਂ ਐਪਰੋਪ੍ਰੀਏਟ ਆਨਸਰਸ ਦੇ ਅਕੋਰਡਿੰਗ ਇੱਕੋ ਹੀ ਆਨਸਰ ਹੈ ਕਿ ਲਰਨਿੰਗ ਬੱਚੇ ਦੀ ਤਾਂ ਹੀ ਅੱਛੀ ਬਣਾ ਸਕਦੇ ਹਾਂ ਅਗਰ ਬੱਚੇ ਨੂੰ ਥਿਓਰੈਟੀਕਲ ਥਿਊਰੀ ਦੇ ਦਿੱਤੀ ਗਈ ਹੈ ਤਾਂ ਬੱਚਾ ਨੂੰ ਰੱਟ ਲੂਗਾ, ਕ੍ਰੈਮਿੰਗ ਕਰ ਲੂਗਾ, ਲੇਕਿਨ ਪੱਲੇ ਕੁਝ ਨਹੀਂ ਪਏਗਾ। ਇੱਥੇ ਟੀਚਰ ਦੀ ਡਿਊਟੀ ਬਣਦੀ ਹੈ ਕਿ ਬੱਚੇ ਨੂੰ ਫਿਜ਼ੀਕਲ ਇਨਵਾਇਰਨਮੈਂਟ ਦੇ ਨਾਲ, ਬੱਚੇ ਨੂੰ ਪ੍ਰੈਕਟੀਕਲ ਇਨਵਾਇਰਨਮੈਂਟ ਦੇ ਨਾਲ ਜੋੜਿਆ ਜਾ ਸਕੇ, ਔਰ ਜਿਵੇਂ ਐਕਚੁਅਲ ਵਿੱਚ ਇਨਵਾਇਰਨਮੈਂਟ 'ਚ ਹੁੰਦਾ ਪਿਆ ਉਹ ਐਗਜ਼ਾਮਪਲ ਲੈ ਕੇ ਟੀਚਰ ਸਕੂਲ ਦੇ ਵਿੱਚ ਸਮਝਾਵੇ, ਤਾਂ ਬੱਚੇ ਦੀ ਲਰਨਿੰਗ ਨੂੰ ਕੀ ਕੀਤਾ ਜਾ ਸਕਦਾ ਹੈ, ਬੈਸਟ ਬਣਾਇਆ ਜਾ ਸਕਦਾ ਹੈ। ਤਾਂ ਆਨਸਰ ਸੀ ਕੋਈ ਸਹੀ ਬੈਠੇਗਾ। ਸਿਚੁਏਸ਼ਨ ਫਰੋਮ ਦਾ ਰੀਅਲ ਵਰਲਡ, ਬੱਚੇ ਨੂੰ ਇੱਕ ਐਕਚੁਅਲ ਦੇ ਵਿੱਚ ਸੰਸਾਰ ਦੇ ਨਾਲ, ਜਿਹੜਾ ਰੀਅਲ ਸੰਸਾਰ ਹੈ ਉਹਦੇ ਨਾਲ ਜੋੜ ਕੇ ਰੱਖਿਆ ਜਾ ਸਕੇ, ਤਾਂ ਕਿ ਕਲਾਸ ਵਿੱਚ ਵੀ ਟੀਚਰ ਉਹੀ ਦੱਸੇ ਜੋ ਅੱਜ ਕੱਲ੍ਹ ਸਮਾਜ ਦੇ ਵਿੱਚ ਚੱਲਦਾ ਪਿਆ, ਤਾਂ ਹੀ ਬੱਚਾ ਸਮਝ ਸਕੂਗਾ ਔਰ ਤਾਂ ਹੀ ਬੱਚੇ ਦੀ ਲਰਨਿੰਗ ਕੀ ਬਣੇਗੀ, ਬੈਸਟ ਬਣੇਗੀ। ਜਾਂ ਫਿਰ ਕਹਿ ਸਕਦੇ ਹਾਂ ਟੀਚਿੰਗ ਏਡ ਨਾਲ ਕੁਝ ਨਹੀਂ ਬਣ ਸਕਦਾ। ਟੀਚਰ ਲੈਕਚਰ ਦੇ ਕੇ ਚਲਾ ਜਾਂਦਾ ਹੈ, ਐਕਸਪਲੇਨੇਸ਼ਨ ਦੇ ਕੇ ਚਲਾ ਜਾਂਦਾ, ਕੁਝ ਨਹੀਂ ਬਣ ਸਕਦਾ। ਟੀਚਰ ਬੱਚੇ ਦੀ ਅਸਾਈਨਮੈਂਟਸ ਦਿੰਦਾ ਜਾਂ ਲੈਂਦਾ, ਉਸ ਨਾਲ ਕੁਝ ਨਹੀਂ ਬਣ ਸਕਦਾ। ਪੀਰੀਓਡਿਕ ਟੈਸਟ ਰੱਖੇ ਜਾਂਦੇ ਨੇ, ਉਹਦੇ ਨਾਲ ਕੁਝ ਨਹੀਂ ਬਣਦਾ। ਤਾਂ ਐਕਚੁਅਲ ਦੇ ਵਿੱਚ ਕੀ ਹੋਏਗਾ, ਬੱਚੇ ਨੂੰ ਰੀਅਲ ਇਨਵਾਇਰਨਮੈਂਟ ਦੇ ਨਾਲ ਜੋੜ ਕੇ ਰੱਖਿਆ ਜਾ ਸਕੇ, ਤਾਂ ਕਿ ਬੱਚੇ ਦਾ ਇੰਟਰੈਕਸ਼ਨ ਟੀਚਰ ਦੇ ਨਾਲ ਔਰ ਟੀਚਰ ਦਾ ਬੱਚੇ ਦੇ ਨਾਲ, ਬੱਚੇ ਦਾ ਬੱਚੇ ਦੇ ਨਾਲ, ਈਵਨ ਕਿ ਗਰੁੱਪ ਆਫ ਸਟੂਡੈਂਟਸ ਦੇ ਨਾਲ ਵੀ ਬਣ ਸਕੇ। ਇਸ ਸਿਚੁਏਸ਼ਨ ਅਸੀਂ ਕੀ ਬੋਲਾਂਗੇ, ਲਰਨਿੰਗ ਕੈਨ ਬੀ ਐਨਰਿਚਡ। ਲਾਸਟ ਕੁਐਸਚਨ, ਇੰਪੋਰਟੈਂਟ ਕੁਐਸਚਨ, ਕਹਿੰਦਾ ਕਿ ਕੁਐਸਚਨ ਨੰਬਰ 20 ਦੇ ਅਕੋਰਡਿੰਗ ਵਿਚ ਵਨ ਇਜ਼ ਨੋਟ ਟਰੂ ਅਬਾਊਟ ਦਾ ਪ੍ਰਿੰਸੀਪਲ ਆਫ ਡਿਵੈਲਪਮੈਂਟ। ਇੱਥੇ ਪੁੱਛੀ ਗਈ ਹੈ ਡਿਵੈਲਪਮੈਂਟ ਦੇ ਪ੍ਰਿੰਸੀਪਲ ਦੇ ਅਕੋਰਡਿੰਗ ਕਿਹੜੀ ਚੀਜ਼ ਸਹੀ ਨਹੀਂ ਹੈਗੀ। ਤਾਂ ਧਿਆਨ ਰੱਖਣਾ ਕਿਹੜੀ ਚੀਜ਼ ਸਹੀ ਨਹੀਂ ਹੈਗੀ, ਨੋਟ ਉੱਤੇ ਜ਼ਿਆਦਾ ਫੋਕਸ ਕਰਨਾ। ਤਾਂ ਆਨਸਰ ਦੇਖੋ ਪਹਿਲਾਂ ਕੀ ਕਹਿੰਦਾ। ਇਹ ਆਪਸ਼ਨ ਹੈ ਡਿਵੈਲਪਮੈਂਟ ਇਜ਼ ਅ ਕੰਟੀਨਿਊਸ ਹੁੰਦੀ ਹੈ, ਇਹ ਤਾਂ ਸਭ ਨੂੰ ਪਤਾ ਹੈ।
ਉਸ ਤੋਂ ਬਾਅਦ ਡਿਵੈਲਪਮੈਂਟ ਇੰਟਰ ਰਿਲੇਟਡ। ਹੁਣ ਇੰਟਰ ਰਿਲੇਟਡ ਦਾ ਮਤਲਬ ਕੀ ਹੋਏਗਾ ਆਪਣੇ ਆਪ ਦੇ ਵਿੱਚ, ਇਹ ਤਾਂ ਹੈ ਨਹੀਂ ਕਿ ਰਿਲੇਟ ਕਰੇਗੀ ਨਹੀਂ, ਤੁਹਾਡੇ ਆਪਣੇ ਬੋਡੀ ਪਾਰਟਸ ਨੇ। ਹੁਣ ਬੋਡੀ ਪਾਰਟਸ ਨੇ ਲਾਈਕ ਤੁਹਾਡੇ ਸ਼ੋਲਡਰ ਨਾਲ ਕਿਹੜੀ ਕਿਹੜੀ ਚੀਜ਼ਾਂ ਜੁੜੀ ਹੋਈਆਂ ਨੇ, ਠੀਕ ਹੈ, ਨੀਜ਼ ਨਾਲ ਕਿਹੜੀ ਕਿਹੜੀ ਚੀਜ਼ਾਂ ਜੁੜੀ ਹੋਈਆਂ ਨੇ, ਵੇਸਟ ਕਮਰ ਦੇ ਨਾਲ ਕਿਹੜੀ ਕਿਹੜੀ ਚੀਜ਼ਾਂ ਜੁੜੀ ਹੋਈਆਂ ਨੇ। ਇਹ ਤਾਂ ਹੈ ਨਹੀਂ ਕਿ ਜਿਵੇਂ ਜਿਵੇਂ ਉਮਰ ਵੱਧਦੀ ਜਾਊਗੀ ਸਰੀਰ ਬੋਡੀ ਦਾ ਉੱਪਰਲਾ ਪਾਰਟ ਸਾਰਾ ਵੱਧਦਾ ਜਾਊਗਾ, ਨਿਚਲਾ ਖਤਮ ਹੁੰਦਾ ਜਾਊਗਾ। ਮਤਲਬ ਕਿ ਕੰਟੀਨਿਊਸ ਜਿਹੜੀ ਹੁੰਦੀ ਹੈ ਆਪਣੇ ਆਪ ਵਿੱਚ ਇੰਟਰ ਰਿਲੇਟਡ ਵੀ ਹੁੰਦੀ ਹੈ। ਦੂਸਰੀ ਗੱਲ, ਸੀ ਆਪਸ਼ਨ ਦੇ ਅਕੋਰਡਿੰਗ ਡਿਵੈਲਪਮੈਂਟ ਇਜ਼ ਸਪਾਇਰਲ। ਸਪਾਇਰਲ ਦਾ ਮਤਲਬ ਹੁੰਦਾ ਸਭ ਨੇ ਬਾਈਂਡਿੰਗ ਦੇਖੀ ਹੋਊਗੀ ਇਸ ਪੇਜ ਦੇ ਨਾਲ, ਸਪਾਇਰਲ ਬਾਈਂਡਿੰਗ ਹੈ ਨਾ, ਇਹ ਵੀ ਡਿਵੈਲਪਮੈਂਟ ਹੁੰਦੀ ਹੈ। ਡਿਵੈਲਪਮੈਂਟ ਕਿਵੇਂ ਮੰਨੀ ਜਾਊਗੀ ਇਹ ਚੀਜ਼, ਇੱਕ ਵਾਰੀ ਅਸੀਂ ਅੱਗੇ ਜਾਵਾਂਗੇ ਫਿਰ ਪਿੱਛੇ ਆਵਾਂਗੇ, ਫਿਰ ਅੱਗੇ ਜਾਵਾਂਗੇ, ਫਿਰ ਅੱਗੇ ਕਿਵੇਂ ਜਾਵਾਂਗੇ, ਸਾਡੇ ਨੂੰ ਪੁਸ਼ਅਪ ਮਿਲੂਗਾ, ਇੰਟਰਨਲ ਪੁਸ਼ਅਪ ਮਿਲੇਗਾ, ਠੀਕ ਹੈ, ਫਿਰ ਪਿੱਛੇ ਆਵਾਂਗੇ। ਕਾਰਨ ਕਿ ਮਨ 'ਚ ਡਰ ਹੁੰਦਾ ਕਿ ਅਗਰ ਮੈਨੇ ਕੰਮ ਗਲਤ ਕਰਤਾ ਤਾਂ ਮੰਮੀ ਪਾਪਾ ਮੈਨੂੰ ਡਾਂਟਣਗੇ ਜਾਂ ਮੈਨੂੰ ਪਨਿਸ਼ਮੈਂਟ ਦੇਣਗੇ, ਤਾਂ ਜਦੋਂ ਮੰਮੀ ਪਾਪਾ ਦਾ ਸਾਥ ਮਿਲ ਗਿਆ ਅਸੀਂ ਫਿਰ ਅੱਗੇ ਵੱਧ ਗਏ। ਮਤਲਬ ਕਿ ਡਿਵੈਲਪਮੈਂਟ ਦੀ ਸਟੇਜ ਦੱਸੀ ਵੀ ਹੈ ਕਿਸ ਪੁਆਇੰਟ ਦੇ ਵਿੱਚ ਸਹੀ ਹੋ ਸਕਦੀ ਹੈ। ਤਾਂ ਏ, ਬੀ ਔਰ ਸੀ ਆਪਸ਼ਨ ਤਿੰਨੋਂ ਸਹੀ ਨੇ। ਤਾਂ ਡੀ ਆਪਸ਼ਨ ਆਪਣੇ ਆਪ ਤੇ ਗਲਤ ਹੈ। ਕਹਿੰਦਾ ਕਿ ਜੇ ਡਿਵੈਲਪਮੈਂਟ ਉਹ ਸਾਡੇ ਵਾਸਤੇ ਰਿਵਰਸੀਬਲ ਹੈ। ਰਿਵਰਸੀਬਲ ਮਤਲਬ ਜਿਹੜੇ ਬੱਚੇ ਦੀ ਉਮਰ ਅੱਜ 60 ਸਾਲ ਦੀ ਹੋ ਚੁੱਕੀ ਹੈ ਕਿ ਬਾਅਦ ਚੋਂ 20 ਸਾਲ ਦਾ ਹੋ ਸਕਦਾ। ਜਿਹੜੇ ਬੋਡੀ ਪਾਰਟ 60 ਸਾਲ ਦੀ ਉਮਰ ਦੇ ਵਿੱਚ ਕੰਮ ਨਹੀਂ ਕਰਦੇ ਵੇ ਉਹ ਵਾਪਿਸ ਆ ਕੇ 20 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਗੇ, ਐਸਾ ਕੁਝ ਹੋ ਸਕਦਾ ਹੈ? ਨਹੀਂ। ਤੇ ਧਿਆਨ ਰੱਖਣਾ ਪ੍ਰਿੰਸੀਪਲ ਡਿਵੈਲਪਮੈਂਟ ਸਾਡੇ ਵਾਸਤੇ ਰਿਵਰਸੀਬਲ ਨੇਚਰ ਨਹੀਂ ਹੈਗਾ, ਇਰੀਵਰਸੀਬਲ ਨੇਚਰ ਹੈ। ਮੈਂ ਗੱਲ ਦੱਸੀ ਸੀ ਕਿ ਬੱਚਾ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਵੋਰਮ ਤੋਂ ਲੈ ਕੇ ਟੌਮ ਤੱਕ ਚੱਲਦੀ ਹੈ। ਤੁਹਾਨੂੰ ਸਭ ਨੂੰ ਪਤਾ ਹੈ ਮਾਂ ਦੇ ਪੇਟ ਤੋਂ ਲੈ ਕੇ ਬੱਚੇ ਦੀ ਕਵਰ ਤੱਕ ਚੱਲਦੀ ਹੈ, ਤਾਂ ਰਿਵਰਸੀਬਲ ਸਟੇਜ ਤੇ ਕਦੀ ਹੋ ਹੀ ਨਹੀਂ ਸਕਦੀ। ਤਾਂ ਹਮੇਸ਼ਾ ਕਿਹੜੀ ਹੋਗੀ, ਜਾਂ ਤਾਂ ਸਾਡੇ ਵਾਸਤੇ ਕੰਟੀਨਿਊਸ ਹੋਏਗੀ, ਸਪਾਇਰਲ ਹੋ ਸਕਦੀ ਹੈ, ਇੱਕ ਵਾਰੀ ਅੱਗੇ ਆਣਾ ਫਿਰ ਪਿੱਛੇ ਜਾਣਾ, ਫਿਰ ਅੱਗੇ ਆਣਾ ਫਿਰ ਪਿੱਛੇ ਆਣਾ, ਇਹ ਚੀਜ਼ ਹੋ ਸਕਦੀ ਹੈ। ਕਾਰਨ ਕੀ ਹੈ, ਕਿਉਂਕਿ ਉੱਥੇ ਬੱਚੇ ਨੂੰ ਇੰਟਰਨਲ ਪੁਸ਼ਅਪ ਵੀ ਮਿਲਦਾ ਹੈ, ਮੋਟੀਵੇਸ਼ਨ ਵੀ ਮਿਲਦੀ ਹੈ ਪੇਰੈਂਟਸ ਤੋਂ, ਸੋਸਾਇਟੀ ਤੋਂ, ਇਨਵਾਇਰਨਮੈਂਟ ਤੋਂ। ਇਸ ਕਰਕੇ ਸਪਾਇਰਲ ਹੋ ਸਕਦੀ ਹੈ ਕਿਉਂਕਿ ਬੱਚਾ ਪਹਿਲਾਂ ਗੈਟ ਟੂ ਫਾਰਵਰਡ, ਪਹਿਲਾਂ ਪਿੱਛੇ ਹੋ ਰਿਹਾ, ਅੱਗੇ ਜਾ ਰਿਹਾ, ਫਿਰ ਪਿੱਛੇ ਆ ਰਿਹਾ ਹੈ, ਤਾਂ ਉਹ ਸਾਡੇ ਵਾਸਤੇ ਡਿਵੈਲਪਮੈਂਟ ਹੈ। ਬਟ ਡਿਵੈਲਪਮੈਂਟ ਸਾਡੇ ਵਾਸਤੇ ਰਿਵਰਸੀਬਲ ਨਹੀਂ ਹੋ ਸਕਦੀ। ਇਹ ਅੱਜ ਦੇ ਤੁਹਾਡੇ ਆਪਣੀ CDP ਤੇ MCQ ਦੀ ਕਲਾਸ ਸੈਕਿੰਡ ਸੀਗੀ। ਆਈ ਹੋਪ ਕਿ ਸਮਝ ਆਈ ਹੋਏਗੀ। ਅਗਰ ਫਿਰ ਵੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਰਸ ਨੂੰ ਪਰਚੇਸ ਕਰਨ ਵਾਸਤੇ ਇੰਟਰਸਟਿਡ ਹੋ ਤਾਂ ਤੁਸੀਂ ਇਸ ਕੰਟੈਕਟ ਨੰਬਰ ਤੇ ਆਪਣਾ ਕੋਈ ਵੀ ਡਾਊਟ ਕਲੀਅਰ ਕਰ ਸਕਦੇ ਹੋ। ਕੰਟੈਕਟ ਨੰਬਰ ਹੈ 9646810103। Thank you.